शेर सिंह विष्णु भगवान दी जय। सोहंग महाराज 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 शेर सिंह विष्णु भगवान दी जय। परमेश्वर ने जुगां जगंतरां तक अपने भगतां ते रहमत कीती। परमेश्वर दे भेत नूं पाउणा किसी जीव दे वस दी गल नहीं रह जांदी। ना ही कोई परमेश्वर बारे जानकारी रख सकदा है। परमात्मा ने अपनी अगमता दे उस रूप नूं तुहाडे सामने साखात आके अपने सत्य सिंघासन ते बैठ के अजिही नवेकली खेल कीती जेकर छिण पर लई सोचो तां जीव दी सोच खत्म हो जाती है। इन्नी वड्डी परमात्मा ने रहमत करनी। परमेश्वर हर बाणी दा चेता ऐसे रूप दे विच जिथे पंज तत्त जीव दी सोच खत्म हो जाती है कि ये परमात्मा ने इन्नी वड्डी अगमता दी खेल कीती। ये एक अजिहे रूप विच है जिसनों असी जान नहीं सकते। हजूर शहनशाह जी ने फरमान किया कि मेरे बारे कोई जान सकता नहीं ते मैं अपना भेत भी किसी नूं दिता ही नहीं। परमात्मा दी सिफत जां वडियाई विच जे कोई गुरसिख जां भगत दो चार अल्फाज बोल भी लवेगा, सरबहर संगत जी कुछ भी नहीं। ग्रंथ नंबर 23 विच कि 7 समुंदरां दी साई भी बन जावे ते तां भी मेरी कोई सिफत लिख सकदा नहीं। आपां ते 5 तत्त जीव हाँ, भुल्लणहार प्रभु दे दर ते नहीं माणे। असी परमात्मा दी सिफत कर सकदे नहीं। हजूर शहनशाह जी ने अजिही खेल कीती अलौकिक रूप विच ਜਿਹੜੀ कि अज तो पहला ना सानू कदी मिली ते ना अगे कदी मिलेगी। परमार्थ दा मार्ग संसार दे विच अजिहे रूप दे विच चलदा है। वो रूप सदा स्थाई एक रूप विच हुंदा है। परमात्मा दी अगमता दे विच कदी कोई अंतर नहीं आउंदा। परमात्मा सदा ही सबायमान है। अंतर आउंदा ते साडियां सोचां दे विच अंतर आउंदा है। परमात्मा ने कदी अपने विच अंतर आउण दिता ही नहीं। परमात्मा दे उस नूर नूं, उस प्रकाश नूं जिसने ते किरपा कीती, जिसनूं बख्शिश करके बेशक परमात्मा ने अपने उस नूर दे विचों ही तुहानू मात लोक दे विच मान दिता है कि तुसी मेरियां ब्रह्म आत्मा जो
ਤੁਸੀਂ ਹੰਗ ਜੋ। परमात्मा सदा ही प्रकाशवान है, ਨੂਰ ਨਰਾਨਾ ਹੈ। ਉਸ ਦੇ ਨੂਰ ਦਾ ਪ੍ਰਕਾਸ਼ ਅੱਜ ਸਭ ਤੁਸੀਂ ਜੋ। ਪਰਮਾਤਮਾ ਨੇ ਆਪਣੇ ਨੂਰ ਦੀ ਰਸ਼ਨਾਈ ਤੁਹਾਡੀ ਮਾਤ ਲੋਕ ਦੇ ਵਿੱਚ ਹੋਂਦ ਬਰਕਰਾਰ ਕਰਕੇ ਪੂਰੀ ਕੀਤੀ ਕਿ ਤੁਸੀਂ ਮੇਰੇ ਭਗਤ ਤੇ ਮੈਂ ਤੁਹਾਡਾ ਭਗਵਾਨ ਹਾਂ। ਭਗਵਾਨ ਦਾ ਦੱਸਿਆ ਹੋਇਆ ਮਾਰਗ ਭਗਤ ਆਪ ਅੱਗੇ ਖੜਦੇ ਨੇ ਜੇ ਕਿਰਪਾ ਹੋ ਜਾਵੇ। ਪਹਿਲਾਂ ਵੀ ਇੱਕ ਬਚਨ ਸੁਣਾਇਆ ਗਿਆ ਕਿ ਹਜੂਰ ਸ਼ਹਿਨशाह ਜੀ ਨੇ ਕਿਹਾ ਕਿ ਜਦੋਂ ਮੇਰੇ ਬੱਚੇ ਜਵਾਨ ਹੋਣਗੇ ਆਪਣਾ ਭਾਰ ਆਪ ਚੁੱਕਣਗੇ। ਹਜੂਰ ਸ਼ਹਿਨशाह ਜੀ ਨੇ ਆਉਣ ਵਾਲੇ ਸਮੇਂ ਨੂੰ ਦੇਖ ਕੇ ਬਚਨ ਕੀਤਾ ਕਿ ਮੈਂ ਤੇ ਅਜੇ ਸਰਬਹਰ ਸੰਗਤ ਨੂੰ ਜਨਮ ਦਿੱਤਾ। ਜਦੋਂ ਸਰਬਹਰ ਸੰਗਤ ਜਵਾਨ ਹੋ ਜਾਏਗੀ ਆਪਣਾ ਕੰਮਕਾਰ ਆਪ ਸੰਭਾਲੇਗੀ। ਸਰਬਹਰ ਸੰਗਤ ਜੀ ਸੱਤ ਹੈ ਤੇ ਸੱਚ ਹੈ। ਭਗਤ ਹੀ ਪਰਮਾਤਮਾ ਦਾ ਐਸੇ ਰੂਪ ਦੇ ਵਿੱਚ ਇੱਕ ਨਿਸ਼ਾਨ ਨੇ ਜਿਨ੍ਹਾਂ ਨੇ ਮਾਤ ਲੋਕ ਵਿੱਚ ਪਰਮਾਤਮਾ ਵੱਲੋਂ ਬਣਾਈਆਂ ਹੋਈਆਂ ਮਰਜ਼ਾਦਾ ਕਠਨ ਤੋਂ ਕਠਨ ਨੂੰ ਇੱਕ ਸਹਿਜ ਰੂਪ ਦੇ ਵਿੱਚ ਕਰਨਾ ਹੈ। ਤੇ ਜੇਕਰ ਅਸੀਂ ਉਹਨਾਂ ਮਰਜ਼ਾਦਾ ਤੇ ਆਪ ਹੀ ਨਹੀਂ ਚੱਲ ਸਕੇ ਅਸੀਂ ਸੰਸਾਰ ਨੂੰ ਕੀ ਦੱਸਾਂਗੇ। ਜੇ ਸਾਡੇ ਅੰਦਰ ਸੱਤ ਦੀ ਵਿਵਸਥਾ ਹੈ, ਸੱਚ ਦੀ ਭਾਵਨਾ ਹੈ, ਸੱਤ ਦਾ ਰੂਪ ਹੈ ਤੇ ਅਸੀਂ ਸੱਤ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਪਰਮੇਸ਼ਰ ਤੋਂ ਰਹਿਮਤ ਮੰਗ ਕੇ। ਜੇਕਰ ਸਾਡੀ ਅੰਤਰਾਤਮਾ ਵਿੱਚ ਆਪਣੇ ਵਿੱਚ ਹੀ ਅਸੀਂ ਉਸ ਪਰਮਾਤਮਾ ਦੇ ਦੱਸੇ ਹੋਏ ਆਪਾਂ ਅਸੂਲਾਂ ਤੇ ਸਰਬਹਰ ਸੰਗਤ ਨਹੀਂ ਚੱਲ ਸਕਾਂਗੇ ਅਸੀਂ ਸੰਸਾਰ ਨੂੰ ਕੁਝ ਦੱਸ ਸਕਾਂਗੇ ਨਹੀਂ। ਸੰਸਾਰ ਨੇ ਹਜੂਰ ਸ਼ਹਿਨशाह ਜੀ ਨੇ ਫਰਮਾਨ ਕੀਤਾ ਕਿ ਸੰਸਾਰ ਨੇ ਤੁਹਾਥੋਂ ਹੀ ਰਸਤਾ ਦੇਖਣਾ ਹੈ। ਪਰਮਾਤਮਾ ਨੇ ਸਾਨੂੰ ਰਸਤਾ ਦਿਖਾਇਆ ਕਿਸ ਤਰ੍ਹਾਂ? ਬਾਹੋਂ ਫੜ ਕੇ ਆਪਣਿਆਂ ਬੱਚਿਆਂ ਨੂੰ ਜੋ ਭਗਵਾਨ ਦੇ ਬੱਚੇ ਨੇ ਉਹ ਭਗਤ ਨੇ ਤੁਹਾਨੂੰ ਆਪਣੀ ਕਿਰਪਾ ਕਰਕੇ ਤੁਹਾਨੂੰ ਮਾਤ ਲੋਕ ਦੇ ਵਿੱਚ ਆਪਣੀ ਉਂਗਲੀ ਫੜ ਕੇ ਤੁਹਾਨੂੰ ਤੁਰਨਾ ਸਿਖਾਇਆ ਕਿ ਤੁਸੀਂ ਮੇਰੇ ਬੱਚੇ ਜੋ। ਨਵੇਕਲੀ ਪਹਿਚਾਨ ਦੇ ਦਿੱਤੀ। ਭਗਵਾਨ ਨੇ ਆਪਣਿਆਂ ਭਗਤਾਂ ਦੀ ਨਵੇਕਲੀ ਪਹਿਚਾਨ ਦੇ ਦਿੱਤੀ। ਬੇਪਹਿਚਾਨ ਨੇ ਆ ਕੇ ਮਾਤ ਲੋਕ ਦੇ ਵਿੱਚ ਆਪਣੀ ਪਹਿਚਾਨ ਦੇ ਦਿੱਤੀ। ਜੇਕਰ ਪਰਮਾਤਮਾ ਸਾਨੂੰ ਆਪਣੀ ਪਹਿਚਾਨ ਆਪ ਨਾ ਦਿੰਦੇ ਅੱਜ ਪਤਾ ਨਹੀਂ ਅਸੀਂ ਕਿੱਥੇ ਖੜੇ ਹੁੰਦੇ। ਹਜੂਰ ਸ਼ਹਿਨशाह ਜੀ ਨੇ ਫਰਮਾਨ ਕੀਤਾ ਕਿ ਜਦੋਂ ਮੈਂ ਕਿਰਪਾ ਕਰਦਾ ਹਾਂ 994 ਚੌਕੜੀ ਯੁੱਗ ਤੋਂ ਬਾਅਦ ਆ ਕੇ ਫਿਰ ਮੈਂ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਆ ਕੇ ਬੈਠਾਂਗਾ। ਹਰ ਰੋਜ਼ ਹਰ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਪਰ ਸਰਬਹਰ ਸੰਗਤ ਜੀ ਅੱਜ ਲੋੜ ਹੈ ਪਰਮਾਤਮਾ ਦੀਆਂ ਸਿੱਖਿਆ ਤੇ ਚੱਲਣ ਦੀ। ਪਰਮਾਤਮਾ ਦੇ ਦੱਸੇ ਹੋਏ ਮਾਰਗ ਨੂੰ ਆਪਣੀ ਅੰਤਰ ਆਤਮਾ ਵਿੱਚ ਇੱਕ ਐਸੇ ਰੂਪ ਵਿੱਚ ਹੁਕਮ ਦੀ ਤਾਮੀਰ ਪਰਮੇਸ਼ਵਰ ਨੇ ਆਪ ਕਰਵਾਈ। ਹੁਕਮਰਾਨ ਇੱਕ ਵਾਰ ਹੁਕਮ ਦਿੰਦੇ ਦੁਬਾਰਾ ਹੁਕਮ ਨਹੀਂ ਦਿੰਦੇ। ਉਸ ਨੂੰ ਮੰਨਣਾ ਜਾਂ ਨਾ ਮੰਨਣਾ ਇਹ ਸਰਬਹਰ ਸੰਗਤ ਜੀ ਤੁਹਾਡੇ ਤੇ ਨਿਰਭਰ ਹੈ। ਜੀਂਦਿਆਂ ਜਗ ਲਓ ਜੀਤ ਮਰਿਆਂ ਤੋਂ ਬਾਅਦ ਮਰਨ ਦੀ ਲੋੜ ਰਹੇ ਨਾ ਰਾਈਆ। ਆਪਣੀ ਅੰਤਰ ਆਤਮਾ ਵਿੱਚ ਇੱਕ ਅਜਿਹਾ ਵਿਸ਼ਵਾਸ ਰੱਖ ਲਓ ਕਿ ਹੇ ਪਰਮੇਸ਼ਵਰ ਤੂੰ ਸਾਡੇ ਵਾਸਤੇ ਹੀ ਮਾਤ ਲੋਕ ਵਿੱਚ ਆਇਆ ਹੈ। ਕਿਉਂ ਸ਼ਹਿਨशाह ਜੀ ਦਾ ਫਰਮਾਨ ਹੈ ਕਿ ਮੈਂ ਭਗਤਾਂ ਵਾਸਤੇ ਹੀ ਮਾਤ ਲੋਕ ਵਿੱਚ ਫੇਰੀ ਪਾਈ। ਮੈਂ ਭਗਤਾਂ ਨੂੰ ਉਤਾਰਨ ਵਾਸਤੇ ਆਇਆ। ਮੈਨੂੰ ਮਾਤ ਲੋਕ ਵਿੱਚ ਆਉਣ ਦੀ ਜ਼ਰੂਰਤ ਨਹੀਂ ਸੀ।
ਪਰਮੇਸ਼ਵਰ ਦੇ ਰਸਨਾ ਚੋਂ ਬੋਲਿਆ ਹੋਇਆ ਹਰ ਬਚਨ ਸੱਤ ਦਾ ਰੂਪ ਹੈ, ਸੱਤ ਦੀ ਵਿਵਸਥਾ ਹੈ। ਉਸ ਸੱਤ ਨੂੰ ਸਰਬ ਹਰ ਸੰਗਤ ਨੇ ਕਿਸੇ ਇੱਕ ਗੁਰਸਿੱਖ ਨੂੰ ਨਹੀਂ ਮਾਣ ਦਿੱਤਾ, ਸਾਰਿਆਂ ਨੂੰ ਇੱਕੋ ਜਿਹਾ ਮਾਣ ਦਿੱਤਾ। ਪਰਮੇਸ਼ਵਰ ਦੇ ਉਸ ਰੂਪ ਨੂੰ ਅਸੀਂ ਆਪਣੀ ਅੰਤਰ ਆਤਮਾ ਦੇ ਵਿੱਚ ਇੱਕ ਐਸੇ ਰੂਪ ਦੇ ਵਿੱਚ ਰੱਖਣਾ, ਸਾਡੇ ਅੰਦਰ ਇੱਕ ਭੈ ਹੋਵੇ, ਸਾਡੀ ਅੰਤਰ ਆਤਮਾ ਕੰਬ ਜਾਵੇ ਕਿ ਹੇ ਪਰਮਾਤਮਾ, ਤੂੰ ਤੇ ਸਭ ਕੁਝ ਜਾਣਦਾ ਹੈ, ਤੂੰ ਤੇ ਅੱਗੇ ਪਿੱਛੇ ਸੱਜੇ ਖੱਬੇ ਹਾਂ ਸਾਡੇ। ਹਜੂਰ ਸ਼ਹਿਨशाह ਕਿਹਾ, ਗੁਰਸਿੱਖ ਭੁੱਲਦਾ ਮੈਂ ਕਦੀ ਭੁੱਲਦਾ ਨਹੀਂ, ਮੈਂ ਤੇ ਅਭੁੱਲ ਦਾ ਅਭੁੱਲ ਹਾਂ। ਤੇ ਜੇ ਪਰਮਾਤਮਾ ਨੇ ਸਾਡੇ ਤੇ ਬਖਸ਼ਿਸ਼ ਤੇ ਰਹਿਮਤਕਾਰੀ ਦਿੱਤੀ ਸਰਬ ਹਰ ਸੰਗਤ ਜੀ, ਆਓ ਅੱਜ ਉਸ ਪਰਮਾਤਮਾ ਦੀਆਂ ਦਸੀਆਂ ਹੋਈਆਂ ਮਰਜ਼ਾਦਾ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਬੇਸ਼ੱਕ ਕੋਈ ਵੀ ਸਿੱਖ ਪਰਮਾਤਮਾ ਦੀਆਂ ਸਿੱਖਿਆ ਤੇ ਨਹੀਂ ਚੱਲ ਸਕਦਾ, ਪਰ ਬੇਨਤੀ ਤੇ ਅਰਜ਼ੋਈ ਜ਼ਰੂਰ ਕਰਨੀ ਚਾਹੀਦੀ ਹੈ ਕਿ ਪਰਮੇਸ਼ਵਰ ਤੇਰਾ ਦਿੱਤਾ ਹੋਇਆ ਜੀਵਨ ਹੈ। ਹਰ ਬਾਣੀ ਵਿੱਚ ਹਜੂਰ ਸ਼ਹਿਨशाह ਜੀ ਨੇ ਬੜੇ ਸਪਸ਼ਟ ਰੂਪ ਵਿੱਚ ਫਰਮਾਨ ਦਿੱਤਾ ਕਿ ਤੁਹਾਡੀ ਸਵਾਸਾਂ ਦੀ ਡੋਰ ਸਿਰਫ ਮੇਰੇ ਹੱਥ ਵਿੱਚ ਹੈ, ਮੈਂ ਤੁਹਾਡੇ ਜਨਮ ਕਰਮ ਦਾ ਮਾਲਕ ਹਾਂ। ਮੈਂ ਤੁਹਾਡੇ ਜਨਮ ਕਰਮ ਨੂੰ ਇੱਕ ਐਸੇ ਰੂਪ ਵਿੱਚ ਲੇਖੇ ਲਾਉਣਾ ਹਾਂ ਜਿੱਥੇ ਤੁਹਾਨੂੰ ਜਨਮ ਲੈਣਾ ਨਾ ਪਏ ਦੁਬਾਰੀ, ਤੁਹਾਨੂੰ ਦੁਬਾਰਾ ਜਨਮ ਨਹੀਂ ਲੈਣਾ ਪਵੇਗਾ। ਕੌਣ ਵਾਅਦਾ ਕਰ ਸਕਦਾ ਹੈ? ਪਰਮਾਤਮਾ। ਪਰਮਾਤਮਾ ਆਪਣੇ ਕੀਤੇ ਹੋਏ ਕੌਲ, ਇਕਰਾਰ ਤੇ ਵਾਅਦੇ ਨੂੰ ਕਦੀ ਭੁੱਲਦੇ ਨਹੀਂ। ਹਜੂਰ ਸ਼ਹਿਨशाह ਜੀ ਨੇ ਫਰਮਾਨ ਕੀਤਾ ਕਿ ਜਦੋਂ ਤੁਸੀਂ ਮੈਨੂੰ ਯਾਦ ਕਰਦੇ ਜੋ, ਤੁਹਾਡੇ ਮਨ ਦੀ ਇਕਾਗਰਤਾ ਹੋਣੀ ਚਾਹੀਦੀ ਹੈ, ਤੁਹਾਡੀ ਅੰਤਰ ਆਤਮਾ ਵਿੱਚ ਮੇਰਾ ਵਿਸ਼ਵਾਸ ਹੋਣਾ ਚਾਹੀਦਾ ਹੈ। ਸਰਬ ਹਰ ਸੰਗਤ ਜੀ, ਪਰਮਾਤਮਾ ਕੀ ਚਾਹੁੰਦੇ ਨੇ? ਪਰਮਾਤਮਾ ਦਾ ਰਹਿਣ ਵਾਲਾ ਘਰ ਸਰਬ ਹਰ ਸੰਗਤ ਹੈ। ਜੇਕਰ ਸਾਡੀ ਅੰਤਰ ਆਤਮਾ ਵਿੱਚ ਸਵੱਛਤਾ ਹੈ, ਸਾਡੀ ਅੰਤਰ ਆਤਮਾ ਵਿੱਚ ਪਰਮਾਤਮਾ ਦਾ ਵਾਸ ਆਪਾਂ ਮਹਿਸੂਸ ਕਰਦੇ ਹਾਂ, ਤੇ ਪਰਮਾਤਮਾ ਦਾ ਇਹੀ ਰਹਿਣ ਵਾਲਾ ਘਰ ਹੈ। ਇਸ ਘਰ ਦੇ ਵਿੱਚ ਨਿੰਦਿਆ ਚੁਗਲੀ ਨਹੀਂ ਹੋਣੀ ਚਾਹੀਦੀ। ਸਰਬ ਹਰ ਸੰਗਤ ਜੀ, ਮਾਣ ਹੰਕਾਰ ਵੀ ਨਹੀਂ ਹੋਣਾ ਚਾਹੀਦਾ। ਇੱਕ ਪਰਮਾਤਮਾ ਦੇ ਦਰਸ਼ਨ ਕਰਨ ਵਾਸਤੇ ਹਜ਼ਾਰਾਂ ਲੋਕ ਭਗਤੀ ਸਿਮਰਨ ਪੂਜਾ ਪਾਠ ਕਰਕੇ ਚਲੇ ਗਏ, ਪਰ ਪਰਮਾਤਮਾ ਨੇ ਆਪਣਾ ਦਰਸ਼ਨ ਦੀਦਾਰ ਦਿੱਤਾ ਹੀ ਨਹੀਂ। ਇਹ ਤਾਂ ਸੁਭਾਗਾ ਸਮਾਂ ਆਇਆ ਕਿ ਪਰਮਾਤਮਾ ਨੇ ਉਸ ਸਮੇਂ ਵਿੱਚ ਸਰਬ ਹਰ ਸੰਗਤ ਨੂੰ ਜਨਮ ਦਿੱਤਾ, ਜਿਸ ਸਮੇਂ ਵਿੱਚ ਖੁਦ ਪਰਮਾਤਮਾ ਆਪ ਆਇਆ। ਹਜੂਰ ਸ਼ਹਿਨशाह ਜੀ ਨੇ ਬਹੁਤ ਹੀ ਸਪਸ਼ਟ ਅਲਫਾਜ਼ਾਂ ਦੇ ਵਿੱਚ ਕਿਹਾ, ਜੇਕਰ ਤੁਸੀਂ ਮੇਰੇ ਵੱਲ ਆਓਗੇ ਤੇ ਮੈਂ ਤੁਹਾਡੇ ਵੱਲ ਐਸੇ ਰੂਪ ਵਿੱਚ ਆਊਂਗਾ ਜਿੱਥੇ ਕਦੀ ਵਿਛੋੜਾ ਨਹੀਂ ਹੋਊਗਾ। ਜੇ ਤੁਸੀਂ ਮੇਰੇ ਕੋਲੋਂ ਪੱਲੂ ਵੀ ਛਡਾਉਣਾ ਚਾਹੋਗੇ ਤੇ ਮੈਂ ਤਾਂ ਵੀ ਤੁਹਾਨੂੰ ਕਿਸੇ ਪਾਸੇ ਜਾਣ ਦੇਣਾ ਨਹੀਂ, ਕਿਉਂਕਿ ਇੱਕ ਬੇਲੇ ਕਾਈਆਂ ਚੱਲ ਬੇਲਿਆਂ ਨੇ ਪੁਕਾਰ ਕਰਤੀ, ਹੈ ਪਰਮਾਤਮਾ, ਜੇ ਤੇਰਾ ਪੱਲਾ ਵੀ ਸਾਡੇ ਨਾਲ ਛੂਹ ਗਿਆ ਤੇ ਤਾਂ ਵੀ ਸਾਡਾ ਭਾਰ ਤਾਰਾ ਹੋ ਗਿਆ। ਤੇ ਸਰਬ ਹਰ ਸੰਗਤ ਜੀ, ਅਸੀਂ ਤੇ ਪਰਮੇਸ਼ਵਰ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਪਰਮਾਤਮਾ ਕੀਤੀ ਹੋਈ ਨਮਸਕਾਰ ਨੂੰ ਕਦੀ ਬਿਰਥਾ ਜਾਣ ਦਿੰਦੇ ਹੀ ਨਹੀਂ, ਪਰ ਉਹ ਨਮਸਕਾਰ ਕਿੱਦਾਂ ਹੋਵੇ? ਸੱਚੀ ਹੋਵੇ, ਹਿਰਦੇ ਦੇ ਵਿੱਚੋਂ ਹੋਵੇ, ਅੰਤਰ ਆਤਮਾ ਦੀ ਆਵਾਜ਼ ਹੋਵੇ। ਕਦੀ ਵੀ ਛਿਣ ਪਰ ਲਈ ਸਰਬ ਹਰ ਸੰਗਤ ਜੀ, ਕਦੀ ਵੀ ਜਦੋਂ ਟਾਈਮ ਲੱਗੇ ਆਪਣੇ ਪਰਮੇਸ਼ਵਰ ਦੇ ਇੱਕ ਛਿਣ ਜਾਂ ਇੱਕ ਪਲ ਲਈ ਉਸ ਦੇ ਵਿੱਚ ਕਦੀ ਸਮਾ ਕੇ ਦੇਖੋ। ਤੁਹਾਡੇ ਅੰਦਰ ਕੋਈ ਸੋਚ ਨਾ ਹੋਵੇ, ਤੁਹਾਡੀ ਅੰਤਰ ਆਤਮਾ ਵਿੱਚ ਸਵੱਛਤਾ ਹੋਵੇ, ਤੁਹਾਡੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਹੋਵੇ। ਸਰਬ ਹਰ ਸੰਗਤ ਜੀ,
ਉਸ ਇੱਕ ਛਿਨ ਇੱਕ ਪਲ ਦੇ ਵਿੱਚ ਪਰਮਾਤਮਾ ਦਾ ਉਹ ਦੀਦਾਰ ਹੁੰਦਾ ਹੈ ਜਿਸ ਨੂੰ ਕੋਟਨ ਲੋਕ ਵੀ ਜਿਹੜੇ ਭਗਤੀ ਸਿਮਰਨ ਵਾਲੇ ਉਹ ਪਾ ਨਹੀਂ ਸਕਦੇ। ਪਰਮੇਸ਼ਵਰ ਦੇ ਦੱਸੇ ਹੋਏ ਅਸੂਲ, ਪਰਮੇਸ਼ਵਰ ਦੀਆਂ ਦਸੀਆਂ ਹੋਈਆਂ ਮਰਜ਼ਾਦਾ ਹੀ ਸਾਡਾ ਜੀਵਨ ਹੈ। ਸੰਸਾਰ ਆਉਂਦਾ, ਸੰਸਾਰ ਦੇ ਵਿੱਚ ਜੀਵ ਆਉਂਦੇ ਜਨਮ ਲੈ ਕੇ ਸੰਸਾਰ ਦੇ ਵਿੱਚੋਂ ਤੁਰੇ ਜਾਂਦੇ ਨੇ, ਫਿਰ ਪਰਮਾਤਮਾ ਸਿਰਜਣਾ ਕਰੀ ਜਾਂਦੇ ਨੇ। ਪਰ ਸਰਬ ਹਰ ਸੰਗਤ ਜੀ, ਜੋ ਭਗਤ ਹੈ, ਜੋ ਪਰਮਾਤਮਾ ਦਾ ਗੁਰਸਿੱਖ ਹੈ, ਉਸ ਦਾ ਜਨਮ ਸਿਰਫ ਇੱਕ ਵਾਰ ਹੁੰਦਾ, ਜਦੋਂ ਉਹਨਾਂ ਦਾ ਭਗਵਾਨ ਮਾਤ ਲੋਕ ਵਿੱਚ ਆਪ ਲੈ ਕੇ ਆਉਂਦਾ। ਨਹੀਂ ਤੇ 994 ਚੌਕੜੀ ਯੁੱਗ ਤੱਕ ਉਹਨਾਂ ਨੂੰ ਕੋਈ ਆਵਾਜ਼ ਨਹੀਂ ਮਾਰ ਸਕਦਾ। ਇਹੀ ਪਰਮੇਸ਼ਵਰ ਦੀ ਸਮਰੱਥ ਦਾ ਇਹੀ ਫਰਕ ਹੈ। ਆਪਣਿਆਂ ਭਗਤਾਂ ਨੂੰ ਕਦੀ ਮਿੱਟੀ ਖਾਕ ਦੇ ਵਿੱਚ ਰੋਲਣ ਦਿੰਦਾ ਨਹੀਂ। ਹਜ਼ੂਰ ਸ਼ਹਿਨशाह ਜੀ ਨੇ ਹਰ ਬਾਣੀ ਦੇ ਰੂਪ ਵਿੱਚ 24 ਗ੍ਰੰਥਾਂ ਦੀ ਰਚਨਾ ਕਰ ਦਿੱਤੀ। ਤੁਹਾਡੀ ਝੋਲੀ ਦੇ ਵਿੱਚ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦੀ ਦਾਤ ਝੋਲੀ ਪਰ ਪਾ ਦਿੱਤੀ। ਗ੍ਰੰਥ ਨੰਬਰ 15 ਵਿੱਚ, ਮਾਰੇ ਮਾਫ ਕਰਨਾ 16 ਵਿੱਚ ਕੱਲ ਦੀ ਲਿਖਤ ਸੀ। ਜਿਸ ਸਿੱਖ ਨੇ ਅੰਤਰ ਆਤਮਾ ਤੋਂ ਮੈਨੂੰ ਇੱਕ ਵਾਰ ਆਵਾਜ਼ ਦੇਤੀ, ਆਪਣੀ ਰਸਨਾ ਚੋਂ ਬੋਲ ਕੇ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਇੱਕ ਵਾਰ ਵੀ ਮੈਨੂੰ ਆਵਾਜ਼ ਦੇਤੀ, ਮੈਂ ਉਸ ਸਿੱਖ ਨੂੰ ਆਪਣੀ ਗੋਦੀ ਦੇ ਵਿੱਚ ਉਠਾਲਣਾ। ਪਰਮਾਤਮਾ ਆਪਣੇ ਭਗਤਾਂ ਨੂੰ ਆਪਣੀ ਗੋਦੀ ਦੇ ਵਿੱਚ ਉਠਾਲਦੇ ਨੇ। ਕੀ ਅਸੀਂ ਕਦੀ ਸੋਚਿਆ ਉਹ ਕਿਹੋ ਜਿਹੀ ਗੋਦੀ ਹੈ? ਅਗਮਤਾ ਦੀ। ਜਿਸ ਗੋਦੀ ਦੇ ਵਿੱਚ ਬੈਠਿਆਂ ਸਿੱਖ ਨੂੰ ਕਦੀ ਚਿੰਤਾ ਰੋਗ ਦਾ ਡੇਰਾ ਟੱਠ ਜਾਂਦਾ ਹੈ ਉਸਦਾ। ਪਰਮਾਤਮਾ ਦੀ ਅਗਮਤਾ ਦੀ ਗੋਦੀ ਵਿੱਚ ਇੱਕ ਸੱਚਾ ਜੀਵਨ ਹੁੰਦਾ ਹੈ। ਬਿਨਾਂ ਭਗਤਾਂ ਤੋਂ ਉਸ ਗੋਦੀ ਵਿੱਚ ਕੋਈ ਬੈਠ ਸਕਦਾ ਨਹੀਂ। ਉਸ ਗੋਦੀ ਵਿੱਚ ਬੈਠਣ ਲਈ ਪਰਮਾਤਮਾ ਨੇ ਤੁਹਾਨੂੰ ਇੱਕ ਦਰਜਾ ਦੇ ਦਿੱਤਾ, ਭਗਤ ਦਾ। ਜਿੰਨਾ ਚਿਰ ਭਗਵਾਨ ਖੁਦ ਮਾਤ ਲੋਕ ਵਿੱਚ ਨਹੀਂ ਆਉਂਦੇ, ਉਹਨਾਂ ਚਿਰ ਭਗਤਾਂ ਨੂੰ ਮਾਣ ਮਿਲਦਾ ਹੀ ਨਹੀਂ। ਭਗਵਾਨ ਤੋਂ ਬਿਨਾਂ ਭਗਤ ਦੀ ਮਾਤ ਲੋਕ ਵਿੱਚ ਕੋਈ ਕੀਮਤ ਨਹੀਂ, ਤੇ ਬਿਨਾਂ ਭਗਤਾਂ ਤੋਂ ਭਗਵਾਨ ਦੇ ਸਿਫਤੀ ਟੋਲੇ ਵੀ ਕੋਈ ਬੋਲ ਸਕਦਾ ਨਹੀਂ। ਪਰਮੇਸ਼ਵਰ ਨੇ ਅਨਮੁੱਲੀ ਦਾਤ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦੀ ਦਾਤ ਤੁਹਾਡੀ ਝੋਲੀ ਦੇ ਵਿੱਚ ਰੱਖ ਦਿੱਤੀ। ਬੇਸ਼ੱਕ ਥੋੜੇ ਵਿੱਚੋਂ ਅਲਫਾਜ਼ ਲਾਉਂਗੀ ਹਜ਼ੂਰ ਸ਼ਹਿਨशाह ਜੀ ਦੇ ਪਵਿੱਤਰ ਰਸਨਾ ਚੋਂ। ਹਜ਼ੂਰ ਸ਼ਹਿਨशाह ਜੀ ਫਰਮਾਨ ਕੀਤਾ, ਇਹ ਜੋ ਸ਼ਬਦ ਦੀ ਦਾਤ ਹੈ, ਇਹ ਮੈਂ ਬਿਨਾਂ ਕਿਰਪਾ ਤੋਂ, ਜਿੰਨਾ ਚਿਰ ਮੈਂ ਆਪਣੀ ਕਿਰਪਾ ਨਹੀਂ ਕਰਦਾ, ਮੈਂ ਕਿਸੇ ਦੀ ਝੋਲੀ ਦੇ ਵਿੱਚ ਨਹੀਂ ਰੱਖਦਾ। ਸ਼ਬਦ ਦੀ ਦਾਤ ਨੂੰ ਸ਼ਬਦ ਦੇ ਰੂਪ ਦੇ ਵਿੱਚ ਪਰਮੇਸ਼ਵਰ ਦੇ ਦਰ ਤੋਂ ਮੰਗਣਾ। ਜਦੋਂ ਕੋਈ ਗੁਰਸਿੱਖ ਪਰਮੇਸ਼ਵਰ ਦੇ ਦਰ ਤੋਂ ਸ਼ਬਦ ਦੀ ਨਾਮ ਦਾਤ ਲੈਂਦਾ ਹੈ, ਉਸ ਨੂੰ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਆਪਣੀ ਝੋਲੀ ਫੈਲਾ ਕੇ ਹੀ ਇਹ ਸ਼ਬਦ ਦੀ ਦਾਤ ਲੈਣੀ ਚਾਹੀਦੀ ਹੈ। ਕਿਉਂਕਿ ਪਰਮੇਸ਼ਵਰ ਦਾ ਫਰਮਾਨ ਹੈ ਕਿ ਮੈਂ ਭਗਤਾਂ ਦੀਆਂ ਝੋਲੀਆਂ ਜੁਗੋ ਜੁਗ ਭਰਦਾ ਹਾਂ ਤੇ ਭਰਦਾ ਆਇਆ ਹਾਂ। ਇਹ ਅਗੰਮ ਅਵਸਥਾ ਹੈ ਜਿਹੜੀ ਬਿਨਾਂ ਭਗਤਾਂ ਤੋਂ ਹੋਰ ਕਦੀ ਕਿਸੇ ਦੇ ਹਿੱਸੇ ਆਈ ਹੀ ਨਹੀਂ ਸੀ। ਸੋ ਹੈ ਪਰਮਾਤਮਾ, ਹੰਗ ਹੈ ਆਤਮਾ, ਸੋ ਹੰਗ ਆਤਮਾ ਤੇ ਪਰਮਾਤਮਾ ਦੀ ਤਾਰ ਹੈ, ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਨੇ ਗਾਇਆ। ਵੇਦਾਂ ਤੋਂ ਲੈ ਕੇ ਸਾਰਿਆਂ ਅਵਤਾਰਾਂ ਪੈਗੰਬਰਾਂ ਨੇ, ਹਜ਼ਰਤ ਮੁਹੰਮਦ ਸਾਹਿਬ ਨੇ ਵੀ ਅੱਲਾਹੂ ਅੰਨਾਹੂ ਕਰਕੇ ਪੁਕਾਰਿਆ। ਅੱਲਾਹੂ ਅੱਲਾਹੂ ਖੁਦਾ ਹੈ, ਅੰਨਾਹੂ ਇੱਕ
ਉਸ ਦੀ ਇੱਕ ਜਾਤ ਹੈ, ਹੰਗ ਬ੍ਰਹਮ ਆਤਮਾ। ਭਗਤਾਂ ਨੇ ਵੀ ਇਸੇ ਨੂੰ ਗਾਇਆ। ਪਰਮਾਤਮਾ ਨੇ ਫਰਮਾਨ ਕੀਤਾ, ਪਰਮਾਤਮਾ ਕਹਿੰਦਾ ਹੈ ਕਿ ਐ ਮੇਰੇ ਆਤਮਾ, ਮੈਂ ਮਹਾਰਾਜ ਹਾਂ, ਸਾਰਿਆਂ ਤੋਂ ਵੱਡਾ ਪਾਤਸ਼ਾਹ ਹਾਂ ਸਾਰਿਆਂ ਦਾ, ਇਸ ਕਰਕੇ ਮੈਨੂੰ ਯਾਦ ਕਰਦੇ ਹਨ। ਦੂਜਾ ਮੇਰੇ ਵਿੱਚ ਗੁਣ ਕੀ ਹੈ? ਮਹਾਰਾਜ ਦੇ ਅੱਗੇ ਆਉਂਦਾ ਹੈ ਸ਼ੇਰ ਸਿੰਘ, ਮੈਂ ਇੱਕ ਪੈ ਦੇਣ ਵਾਲੀ ਸਮਰੱਥ ਤਾਕਤ ਹਾਂ। ਜਿਸ ਤਰ੍ਹਾਂ ਬੱਬਰ ਸ਼ੇਰ ਤੋਂ ਸਾਰੀ ਸ੍ਰਿਸ਼ਟੀ ਪੈ ਖਾਂਦੀ ਹੈ, ਸੰਸਾਰ ਦੇ ਵਿੱਚ ਬੱਬਰ ਸ਼ੇਰ ਇੱਕ ਪੈ ਦੇਣ ਵਾਲਾ ਮੰਨਿਆ ਗਿਆ ਹੈ। ਭਾਵੇਂ ਮਨੁੱਖ ਜਾਤੀ ਉਹ ਅਧੀਨ ਹੈ, ਲੇਕਿਨ ਆਮ ਉਹਦੀ ਇਹ ਪ੍ਰਚਲਿਤ ਹੈ ਕਿ ਉਹ ਸਾਰਿਆਂ ਤੋਂ ਤਾਕਤ ਵਾਲਾ ਹੈ। ਸਰਬਹਰ ਸੰਗਤ ਜੀ, ਹਜੂਰ ਸ਼ਹਿਨਸ਼ਾਹ ਜੀ ਨੇ ਕਿਹਾ ਕਿ ਇਹ ਸ਼ੇਰ ਦੀ ਮਿਸਾਲ ਵੀ ਕੋਈ ਦੇ ਸਕਦਾ ਨਹੀਂ। ਇਹ ਮੇਰਾ ਅਸਲੀ ਰੂਪ ਹੈ। ਸ਼ੇਰ ਸਿੰਘ ਦੇ ਅੱਗੇ ਆਉਂਦਾ ਹੈ ਵਿਸ਼ਨੂੰ। ਵਿਸ਼ਨੂੰ ਰੂਪ ਹੋ ਕੇ ਮੈਂ ਸਾਰਿਆਂ ਦੀ ਪਾਲਣਾ ਵੀ ਕਰਦਾ ਹਾਂ। ਸਭ ਦੀ ਪਾਲਣਾ ਮੈਂ ਹੀ ਕਰਦਾ ਹਾਂ, ਸਾਰਿਆਂ ਦੀ ਪਰਵਿਸ਼ ਕਰਦਾ ਹਾਂ। ਜਿੱਥੇ ਵੀ ਗੁਰਸਿੱਖ ਚਾਹੇ ਉੱਥੇ ਹੀ ਉਸ ਦੀ ਸਹਾਇਤਾ ਕਰਦਾ ਹਾਂ। ਬਿਨਾਂ ਪਰਮਾਤਮਾ ਤੋਂ ਕੋਈ ਸਹਾਇਤਾ ਕਰ ਸਕਦਾ ਨਹੀਂ। ਅੱਗੇ ਭਗਵਾਨ ਦੀ ਜੈ, ਅੰਤ ਮੇਰੀ ਹੀ ਜੈ ਹੈ। ਮੇਰਾ ਜੀ ਕਰਦਾ ਹੈ ਇਹ ਆਤਮਾ ਆਦਿ ਵਿੱਚ ਔਰ ਆਦਿ ਵਿੱਚ, ਅੰਤ ਵਿੱਚ, ਮੱਧ ਵਿੱਚ ਸਾਰਿਆਂ ਨੂੰ ਪਰਮੇਸ਼ਵਰ ਨੇ ਮਾਣ ਦੇਤਾ। ਆਦਿ ਵਿੱਚ ਔਰ ਅੰਤ ਵਿੱਚ, ਸ਼ੁਰੂ ਵਿੱਚ ਔਰ ਅਖੀਰ ਤੱਕ, ਜਦ ਤੱਕ ਵੀ ਹਾਂ, ਮੈਂ ਹੀ ਸਾਰਿਆਂ ਦਾ ਪਾਤਸ਼ਾਹ ਹਾਂ। ਮੈਂ ਹੀ ਸਾਰਿਆਂ ਨੂੰ ਆਪਣੇ ਹੁਕਮ ਤੇ ਭੈ ਵਿੱਚ ਚਲਾਉਣ ਵਾਲਾ ਹਾਂ ਔਰ ਮੈਂ ਹੀ ਸਾਰਿਆਂ ਦੀ ਪਾਲਣਾ ਕਰਨ ਵਾਲਾ ਹਾਂ। ਇਸ ਵਾਸਤੇ ਤੂੰ ਮੇਰੀ ਜੈ ਕਰ। ਪਰਮੇਸ਼ਰ ਪੁਰਖ ਅਕਾਲ ਦੀ ਹੀ ਜੈ ਕਰਨੀ ਹੈ। ਪੁਰਖ ਅਕਾਲ ਹੀ ਕਰਨੀ ਦਾ ਕਰਤਾ ਹੈ। ਪੁਰਖ ਅਕਾਲ ਹੀ ਸਮਰੱਥ ਹੈ। ਪੁਰਖ ਅਕਾਲ ਹੀ ਜੋਤ ਸ਼ਬਦ ਦੀ ਤਾਰ ਹੈ। ਪੁਰਖ ਅਕਾਲ ਹੀ ਸਰਬ ਵਿਆਪਕ ਹੈ। ਪੁਰਖ ਅਕਾਲ ਹੀ ਆਦ ਅੰਤ ਦਾ ਰਚੇਤਾ ਹੈ। ਸਰਬਹਰ ਸੰਗਤ ਜੀ, ਇਸੇ ਤਰ੍ਹਾਂ ਹਜੂਰ ਸ਼ਹਿਨਸ਼ਾਹ ਜੀ ਨੇ ਫਰਮਾਨ ਕੀਤਾ ਕਿ ਗੁਰਸਿੱਖ ਹੈ ਕੀ ਹੈ। ਕਦੀ ਕਿਸੇ ਨੇ ਸੋਚਿਆ ਕਿ ਸਾਡੀ ਹੋਂਦ ਕੀ ਹੈ? ਸਾਡੇ 'ਚ ਕਦੀ ਆਇਆ ਹੀ ਨਹੀਂ ਮਨ ਵਿੱਚ ਖਿਆਲ ਕਿ ਸਾਡੀ ਹੋਂਦ ਕੀ ਹੈ। ਸਾਡੀ ਹੋਂਦ ਪਰਮਾਤਮਾ ਵੱਲੋਂ ਉਸ ਰੂਪ ਵਿੱਚ ਬਖਸ਼ੀ ਹੋਈ ਹੈ ਜਿੱਥੇ ਗੁਰਸਿੱਖ ਦੀ ਅੰਤਰ ਆਤਮਾ ਦੀ ਵਿਚਾਰਧਾਰਾ ਬਦਲ ਜਾਂਦੀ ਹੈ। ਜੀਵਨ ਦੀ ਆਸ, ਜੀਵਨ ਦੀ ਖਾਸ਼, ਜੀਵਨ ਦਾ ਅਰਥ ਬਦਲ ਕੇ ਰਹਿ ਜਾਂਦਾ ਹੈ। ਇਹੀ ਸੰਸਾਰੀ ਲੋਕਾਂ ਦਾ ਤੇ ਤੁਹਾਡੇ ਵਿੱਚ ਫਰਕ ਹੋਣਾ ਚਾਹੀਦਾ ਹੈ। ਤੁਸੀਂ ਪੁਰਖ ਅਕਾਲ ਦੇ ਹੱਟ ਵਿੱਚ ਵਿਕੀਆਂ ਹੋਈਆਂ ਉਹ ਆਤਮਾ ਜੋ ਜਿਨ੍ਹਾਂ ਨੂੰ ਪਰਮਾਤਮਾ ਨੇ ਆਪ ਆ ਕੇ ਮਾਤ ਲੋਕ ਦੇ ਵਿੱਚ ਮਾਣ ਦੇ ਦਿੱਤਾ। ਸਰਬਹਰ ਸੰਗਤ ਜੀ, ਇਹ ਮਾਣ ਕਦੋਂ ਮਿਲਦਾ ਹੈ? ਹਜੂਰ ਸ਼ਹਿਨਸ਼ਾਹ ਜੀ ਨੇ ਫਰਮਾਨ ਕੀਤਾ ਕਿ ਇਹ ਮਾਣ ਮਿਲਦਾ ਹੀ ਕਦੋਂ ਹੈ? ਇਹ ਮਾਣ ਉਦੋਂ ਮਿਲਦਾ ਹੈ ਜਦੋਂ ਖੁਦ ਪਰਮਾਤਮਾ ਆ ਕੇ ਆਪਣੀ ਮਾਤ ਲੋਕ ਦੇ ਵਿੱਚ ਉਸ ਰੂਪ ਦੇ ਵਿੱਚ ਭਗਤਾਂ ਦੇ ਸਾਹਮਣੇ ਬੈਠ ਕੇ ਅਜਿਹੇ ਰੂਪ ਦੇ ਵਿੱਚ, ਕਿਉਂਕਿ ਅੱਜ ਤੋਂ ਪਹਿਲਾਂ ਜਦੋਂ ਪਰਮੇਸ਼ਵਰ ਨੇ ਆਪਣੀ ਅਗੰਮੀ ਖੇਲ ਨਹੀਂ ਸੀ ਕੀਤੀ, ਇਸ ਤੋਂ ਪਹਿਲਾਂ ਕਦੀ ਕਿਸੇ ਨੇ ਪਰਮਾਤਮਾ ਨੂੰ ਸਾਖਾਤ ਬੈਠਿਆ ਦੇਖਿਆ ਸੀ ਉੱਪਰ ਪਲੰਘ? ਕਿਸੇ ਨੇ ਨਹੀਂ ਸੀ ਦੇਖਿਆ। ਮਾਤ ਲੋਕ ਦੇ ਵਿੱਚ ਪਹਿਲੀ ਵਾਰ ਮੌਕਾ ਆਇਆ ਜਦੋਂ ਪਰਮੇਸ਼ਵਰ ਨੂੰ ਇਸ ਰੂਪ ਦੇ ਵਿੱਚ ਦੇਖਿਆ। ਸਰਬਹਰ ਸੰਗਤ ਜੀ, ਇਹੀ ਇੱਕ ਫਰਕ ਹੈ ਕਿ ਪਰਮਾਤਮਾ ਦੀ ਅਗੰਮਤਾ ਦੀ ਤਾਰ ਨੂੰ ਕੋਈ ਵੀ ਜੀਵ
ਆਪਣੀ ਰਸਨਾ ਜੇਵਾ ਤੋਂ ਦੱਸ ਸਕਦਾ ਨਹੀਂ। ਜਿਵੇਂ ਜਿਵੇਂ ਲੇਖ ਤਿਵੇਂ ਤਿਵੇਂ ਮੁੱਕਦਾ, ਮੈਂ ਤੁਹਾਡੇ ਲੈਣੇ ਦੇਣੇ ਦੇਣ ਵਾਸਤੇ ਲੈਣੇਦਾਰ ਨੱਠਾ ਆਇਆ ਹਾਂ। ਪੂਰਬਲਾ ਲੇਖ ਪੂਰਾ ਕਰਨ ਵਾਸਤੇ ਸਰਬ ਹਰ ਸੰਗਤ ਜੀ ਇਸੇ ਤਰ੍ਹਾਂ ਹੀ 5 ਕੱਤਕ ਸ਼ਹਿਨਸ਼ਾਹੀ ਸੰਮਤ 4 ਨੂੰ ਹਰ ਭਗਤ ਦਵਾਰ ਜੇਠੂਵਾਲ ਸਵਾਮੀ ਦੇਵ ਮੂਰਤੀ ਜਰਮਨ ਵਾਲੇ ਨਾਲ ਬਚਨ ਹੋਏ। ਜੋਗਾ ਮਾਸਟਰ ਜਰਮਨ ਚੋਂ ਸਵਾਮੀ ਦੇਵ ਮੂਰਤੀ ਜੇਠੂਵਾਲ ਦੀ ਪਵਿੱਤਰ ਧਰਤੀ ਤੇ 60-70 ਡੈਲੀਗੇਟਸ ਲੈ ਕੇ ਆਏ। ਜਰਮਨ ਚੋਂ ਵੱਖ-ਵੱਖ ਕੰਟਰੀਆਂ ਚੋਂ ਸ਼ਾਮ ਦਾ ਸਮਾਂ ਸੀ ਜਦੋਂ ਹਜ਼ੂਰ ਸ਼ਹਿਨਸ਼ਾਹ ਜੀ ਦੇ ਕੋਲ ਪਹੁੰਚੇ। ਕਾਫੀ ਵਿਚਾਰ ਵਟਾਂਦਰਾ ਹੋਇਆ। ਉਸ ਤੋਂ ਬਾਅਦ ਹਜ਼ੂਰ ਸ਼ਹਿਨਸ਼ਾਹ ਜੀ ਨੇ ਹੁਕਮ ਦੇ ਦਿੱਤਾ ਕਿ ਪ੍ਰਸ਼ਾਦ ਬਣਾਇਆ ਜਾਵੇ। ਹਰ ਭਗਤ ਦਵਾਰ ਦੇ ਵਿੱਚ ਵਿਹਾਰ ਹੋਇਆ। ਗੱਲ ਹੈ ਇੱਥੇ ਲੈਣੇ ਦੇਣੇ ਦੀ ਕਿ ਪਰਮਾਤਮਾ ਕਿਸ ਤਰ੍ਹਾਂ ਲੈਣਾ ਦੇਣਾ ਦਿੰਦੇ ਨੇ। ਉਸ ਵਕਤ ਹਜ਼ੂਰ ਸ਼ਹਿਨਸ਼ਾਹ ਜੀ ਨੇ ਫਰਮਾਨ ਕੀਤਾ, ਜਰਮਨ ਵਿੱਚੋਂ ਆਏ ਮੂਰਤੀ ਦੇਵ, ਜਰਮਨ ਦੇ ਵਿੱਚੋਂ ਮੂਰਤੀ ਦੇਵ ਆਏ ਨੇ। ਦੇਵ ਆਤਮਾ ਨੂਰ ਅਲਾਹੀਆ, ਤੂੰ ਮੇਰਾ, ਮੈਂ ਵਿੱਚੋਂ ਮੈਂ ਲਿਖਤ ਪੜ੍ਹ ਰਹੀ ਹਾਂ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਧੁਰ ਦੀ ਪਾਲ, ਕਾਇਆ ਮੰਦਰ ਅੰਦਰ ਮੇਲਾ ਸਹਿਜ ਸੁਭਾਈਆ। ਜੇਕਰ ਸੰਸਾਰ ਅੱਜ ਪਰਮਾਤਮਾ ਨੂੰ ਲੱਭਦਾ, ਕਿਸ ਰੂਪ ਵਿੱਚ ਲੱਭਦਾ? ਕਿ ਪਰਮਾਤਮਾ ਮੈਨੂੰ ਨਜ਼ਰੀ ਆਵੇ, ਪਰਮਾਤਮਾ ਮੇਰੇ ਜਨਮ ਕਰਮ ਦਾ ਲੇਖ ਕੱਟਿਆ ਜਾਵੇ, ਪਰਮਾਤਮਾ ਮੈਂ ਅਗਲਾ ਜਨਮ ਨਾ ਲਵਾਂ, ਮੈਂ ਤੇਰੇ ਚਰਨਾਂ 'ਚ ਰਵਾਂ। ਪਰ ਤੁਹਾਨੂੰ ਤੇ ਸੌਖਾ ਮਾਰਗ ਦੇ ਦਿੱਤਾ। ਜੇ ਮਤਲਬ ਸਮਝ ਲਓ ਸੋਹੰਗ ਜਾਪਦਾ, ਤੁਹਾਡਾ ਮੇਰਾ ਫਰਕ ਰਹੇ ਨਾ ਰਾਈਆ। 2 ਹਰਫਾਂ ਦੇ ਵਿੱਚ ਪਰਮੇਸ਼ਵਰ ਨੇ ਗੱਲ ਦੱਸਤੀ ਕਿ ਤੂੰ ਮੇਰਾ ਤੇ ਮੈਂ ਤੇਰਾ। ਗੁਰਸਿੱਖ ਦੀ ਅੰਦਰ ਸੱਚ ਦੀ ਪ੍ਰਕਿਰਿਆ ਵਿੱਚ ਤੂੰ ਮੇਰਾ ਤੇ ਮੈਂ ਤੇਰਾ ਦਾ ਅਜਿਹਾ ਰੂਪ ਹੋਣਾ ਚਾਹੀਦਾ ਹੈ। ਸਰਬ ਹਰ ਸੰਗਤ ਜੀ, ਇਹ ਕੋਈ ਕਠਿਨ ਮਾਰਗ ਨਹੀਂ, ਸਹਿਜ ਤੋਂ ਸਹਿਜ ਹੈ। ਤੂੰ ਮੇਰਾ ਤੇ ਮੈਂ ਤੇਰਾ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਧੁਰ ਦੀ ਪਾਲ, ਕਾਇਆ। ਸਾਰਾ ਸੰਸਾਰ ਅੱਜ ਪਰਮਾਤਮਾ ਨੂੰ ਲੱਭ ਰਿਹਾ ਹੈ ਕਿ ਅਸੀਂ ਆਪਣੇ ਪਰਮੇਸ਼ਰ ਨੂੰ ਲੱਭ ਲਈਏ। ਪਰਮੇਸ਼ਰ ਵਾਸਤੇ ਹੀ ਸਰਬ ਹਰ ਸੰਗਤ ਜੀ ਲੋਕ ਅਨੇਕਾਂ ਤਰ੍ਹਾਂ ਦੇ ਆਪਣਾ ਢੰਗ ਤਰੀਕੇ ਵਰਤੇ ਕਿ ਪਰਮਾਤਮਾ ਸਾਨੂੰ ਮਿਲ ਜਾਏ, ਪਰਮਾਤਮਾ ਦਾ ਦਰਸ਼ਨ ਦੀਦਾਰ ਹੋ ਜਾਏ। ਪਰ ਸਰਬ ਹਰ ਸੰਗਤ ਜੀ ਤੁਸੀਂ ਤੇ ਖੁੱਲੀ ਅੱਖ ਵੇਖਿਆ ਭਗਵਾਨ, ਭਗਤ ਖੁਸ਼ੀ ਮਨਾਏਦਾ। ਖੁੱਲੀਆਂ ਅੱਖਾਂ ਨਾਲ ਆਪਣਾ ਪਰਮਾਤਮਾ ਵੇਖਿਆ। ਵੇਖਿਓ ਕਦੀ ਅੱਖੀ ਵੇਖ ਕੇ ਵੀ ਤੁਸੀਂ ਭੁੱਲ ਨਹੀਂ ਜਾਣਾ। ਮੈਂ ਅਗਲਾ ਅਲਫਾਜ਼ ਨਹੀਂ ਬੋਲੂੰਗੀ। ਤੁਸੀਂ ਪਰਮਾਤਮਾ ਨੂੰ ਅੱਖੀ ਵੇਖ ਕੇ ਕਦੀ ਭੁੱਲ ਜਾਣਾ ਹੀ ਨਹੀਂ। ਜੇ ਅਸੀਂ ਪਰਮਾਤਮਾ ਤੋਂ ਭੁੱਲ ਗਏ, ਪਰਮਾਤਮਾ ਤੋਂ ਦੂਰ ਹੋ ਗਏ, ਸਾਡਾ ਜੀਵਨ ਖਤਮ। ਸਾਡੇ ਜੀਵਨ ਦੀ ਕੋਈ ਕੀਮਤ ਨਹੀਂ, ਸਾਨੂੰ ਕੋਈ ਹੱਕ ਨਹੀਂਗਾ ਕਿ ਅਸੀਂ ਪਰਮਾਤਮਾ ਦਾ ਕੋਈ ਸਿਫਤੀ ਟੋਲਾ ਗਾ ਸਕੀਏ ਜੇਕਰ ਸਾਡੀ ਅੰਤਰ ਆਤਮਾ ਵਿੱਚ ਸਵੱਛਤਾ ਨਹੀਂ ਹੈ। ਦੇਵ ਮੂਰਤੀ ਆਇਆ ਵਿੱਚੋਂ ਜਰਮਨ, ਜਨਮ ਜਨਮ ਦਾ ਲੇਖਾ ਵੇਖ ਵਿਖਾਈਆ। ਜਰਮਨ ਵਿੱਚੋਂ ਆਏ। ਕਿਉਂ ਆਏ? ਜਰਮਨ ਦੀ ਧਰਤੀ ਤੋਂ ਜੇਠੂਵਾਲ ਤੱਕ ਆਉਣ ਦਾ ਮਕਸਦ ਕੀ ਸੀ? ਕੌਣ ਲਿਆਇਆ? ਹਜ਼ੂਰ ਪਰਮਾਤਮਾ ਖਿੱਚ ਕੇ ਲਿਆਇਆ। ਜਿੰਨਾ ਚਿਰ ਲੈਣਾ ਦੇਣਾ ਨਹੀਂ ਹੁੰਦਾ ਓਨਾ ਚਿਰ ਪਰਮਾਤਮਾ ਕਿਸੇ ਵੱਲ ਆਪਣੀ ਮਿਹਰ ਦੀ ਨਜ਼ਰ ਕਰਦੇ ਹੀ ਨਹੀਂ ਸੀ। ਦੇਵ ਮੂਰਤੀ ਜਰਮਨ ਵਿੱਚੋਂ ਲੈ ਕੇ ਆਇਆ ਫਰੈਂਡ, ਦੋਸਤ ਸੱਜਣ ਵੇਖ ਵਿਖਾਈਆ। ਦਸਤ ਨਾਲ ਮਿਲਾਇਆ ਹੈਂਡ, ਹੱਥ ਹੱਥ ਵਿੱਚ ਵਡਿਆਈਆ। ਉਸ ਵਕਤ ਦੇਵ ਮੂਰਤੀ ਨੇ ਹਜ਼ੂਰ ਸ਼ਹਿਨਸ਼ਾਹ ਜੀ ਦੇ ਨਾਲ ਹੱਥ ਮਿਲਾਇਆ। ਭਗਤ ਭਗਵਾਨ ਦਾ ਮਿਲਣਾ ਆਦ ਜਗਾਦੀ ਜੁਗ ਚੌਕੜੀ ਦਾ ਦਸਤੂਰ। ਭਗਵਾਨ ਤੇ ਭਗਤ ਦਾ ਮਿਲਣਾ ਜੁਗ ਚੌਕੜੀ ਦਾ ਦਸਤੂਰ ਹੈ। ਸਰਬ ਹਰ ਸੰਗਤ ਜੀ ਉਸ ਵਕਤ ਹਜ਼ੂਰ ਸ਼ਹਿਨਸ਼ਾਹ ਜੀ ਨੇ
ਹਰ ਭਗਤ ਦਵਾਰ ਦੇ ਵਿੱਚ ਜਦੋਂ ਪ੍ਰਸ਼ਾਦ ਚਲਾ ਗਿਆ, ਵਿਹਾਰ ਹੋਇਆ, ਤੇ ਦੇਵ ਮੂਰਤੀ ਦਾ ਪਹਿਲਾ ਨਾਮ ਧੀਰੋ ਸੀਗਾ ਸ਼੍ਰੀ ਰਾਮ ਜੀ ਵੇਲੇ। ਤੇ ਰੋਜ਼ 3.5 ਘੰਟੇ ਰਾਮ ਜੀ ਦੀ ਸੇਵਾ ਕਰਦੇ ਸੀ। ਉਸ ਲੇਖ ਨੂੰ ਪੂਰਿਆਂ ਕਰਨ ਵਾਸਤੇ ਹੀ ਜੇਠੂਵਾਲ ਆਉਣ ਦਾ ਕਾਰਨ ਬਣਿਆ। 70 ਡੈਲੀਗੇਟਸ ਦੇ ਵਿੱਚੋਂ ਮਿਸਿਸ ਜੈਨਰਨ, ਜਿਨ੍ਹਾਂ ਨੂੰ ਪਰਮੇਸ਼ਵਰ ਨੇ ਆਪਣੇ ਦਰ ਘਰ ਦੀ ਸੋਝੀ ਦੇ ਦਿੱਤੀ, ਵਿਹਾਰ ਦੀ ਸਮਾਪਤੀ ਤੋਂ ਬਾਅਦ ਮਿਸਿਸ ਜੈਨਰਨ ਨੇ ਕਿਹਾ ਕਿ ਐ ਗॉड, ਮੈਂ ਜਿੱਧਰ ਵੀ ਦੇਖਦੀ ਹਾਂ ਮੈਨੂੰ ਨੂਰ ਹੀ ਨੂਰ, ਪ੍ਰਕਾਸ਼ ਹੀ ਪ੍ਰਕਾਸ਼ ਤੁਹਾਡਾ ਦਿਖ ਰਿਹਾ ਹੈ ਸਾਰਾ ਹੀ। 17 ਦੇ ਵਿੱਚੋਂ ਇੱਕ ਨੂੰ ਤਾਰਤਾ। ਪਰਮਾਤਮਾ ਹੈ, ਕਰਨੀ ਦਾ ਕਰਤਾ ਹੈ। ਉਸ ਵਕਤ ਫਿਰ ਉਸਨੇ ਜਰਮਨ ਜਾ ਕੇ ਚਿੱਠੀ ਲਿਖ ਦਿੱਤੀ ਕਿ ਮੇਰੀ 3rd ਆਈ ਓਪਨ ਕਰ ਦਿਓ, ਮੈਂ ਉਸ ਪ੍ਰਕਾਸ਼ ਨੂੰ, ਉਸ ਨੂਰ ਨੂੰ ਦੇਖਣਾ ਚਾਹੁੰਦੀ ਹਾਂ। ਸਰਬਹਰ ਸੰਗਤ ਜੀ, ਗੱਲ ਹੈ ਕਿਰਪਾ ਦੀ। ਜਿਹਦਾ ਲੈਣਾ ਸੀ ਜਰਮਨ ਚੋਂ ਮੰਗਾ ਕੇ ਉਹਨਾਂ ਨੂੰ ਮਾਣ ਦੇ ਦਿੱਤਾ। ਦੇਵ ਮੂਰਤੀ ਚੱਲ ਕੇ ਆਇਆ ਪੰਜਾਬ ਦੇ ਵਿੱਚ ਚੱਲ ਕੇ ਆਏ ਤੇ ਉਹਨਾਂ ਦਾ ਲੇਖ ਪੂਰਾ ਕਰ ਦਿੱਤਾ। ਸਰਬਹਰ ਸੰਗਤ ਜੀ, ਪਰਮਾਤਮਾ ਕਦੀ ਕਿਸੇ ਦੀ ਜਾਤ ਨਹੀਂ ਦੇਖਦੇ, ਪਾਤ ਨਹੀਂ ਦੇਖਦੇ। ਪਰਮਾਤਮਾ ਤੇ ਇੱਕ ਕਿਰਪਾ ਅਜਿਹੇ ਰੂਪ ਵਿੱਚ ਕਰਦੇ ਹਨ ਜਿੱਥੇ ਗੁਰਸਿੱਖ ਦੀ ਸੋਚ ਖਤਮ ਹੋ ਜਾਂਦੀ ਹੈ। ਵਿਹਾਰ ਦੀ ਸਮਾਪਤੀ ਤੋਂ ਬਾਅਦ ਹਜੂਰ ਸ਼ਹਿਨशाह ਜੀ ਨੇ ਬੜੇ ਖੁਸ਼ੀਆਂ ਭਰੇ ਮਾਹੌਲ 'ਚ ਤੋਰਿਆ ਤੇ ਮਿਸਿਸ ਜੈਨਰਨ ਨੇ ਕਿਹਾ, ਤੇ ਤੁਸੀਂ ਕਦੋਂ ਆਓਗੇ ਉੱਥੇ ਪੈਰਿਸ ਦੇ ਵਿੱਚ? ਹਜੂਰ ਹਰ ਬਾਣੀ ਦੇ ਵਿੱਚ ਹੀ ਹੈ ਸਾਰਾ ਲੇਖ, ਜਦੋਂ ਸੱਦੋਗੇ ਤੇ ਆਵਾਂਗੇ ਜ਼ਰੂਰ। ਹਜੂਰ ਸ਼ਹਿਨशाह ਜੀ ਨੇ ਪੈਰਿਸ ਦੀ ਧਰਤੀ ਤੇ 2 ਵਾਰ ਆਪਣੇ ਪਵਿੱਤਰ ਚਰਨਾਂ ਦੀ ਛੋਹ ਦਿੱਤੀ ਤੇ ਹਰ ਬਾਣੀ 'ਚ ਫਰਮਾਨ ਕਰਤਾ ਕਿ ਲੈਣੇਦਾਰ ਲੈਣੇ ਦੇਣੇ ਦੇਣ ਵਾਸਤੇ ਆਇਆ ਨੱਠਾ। ਤੇ 101 ਸਾਲ ਬਾਅਦ ਨੋਟਰਡੇਮ ਚਰਚ, ਸੈਨ ਦਰਿਆ ਦੇ ਕੰਢੇ, 101 ਸਾਲ ਬਾਅਦ ਜ਼ਰੂਰ ਬਣੇਗਾ ਭਗਤ ਭਗਵਾਨ ਦਾ ਅੱਡਾ। ਭਗਤ ਭਗਵਾਨ ਦਾ ਅੱਡਾ 101 ਸਾਲ ਬਾਅਦ ਉੱਥੇ ਜ਼ਰੂਰ ਬਣੇਗਾ। ਸਰਬਹਰ ਸੰਗਤ ਜੀ, ਇਹੀ ਹੈ ਪਰਮੇਸ਼ਵਰ ਦੀ ਵਡਿਆਈ ਕਿ ਪਰਮੇਸ਼ਵਰ ਆਪਣੀ ਖੇਲ ਕਰਦੇ ਨੇ ਤੇ ਪਰਮੇਸ਼ਵਰ ਦੀ ਕੀਤੀ ਹੋਈ ਖੇਲ ਨੂੰ ਕੋਈ ਇੱਧਰ ਉੱਧਰ ਕਰ ਸਕਦਾ ਨਹੀਂ। ਇਸੇ ਤਰ੍ਹਾਂ ਹੀ ਹਜੂਰ ਸ਼ਹਿਨशाह ਜੀ ਨੇ 3 ਭਾਦਰੋਂ ਸ਼ਹਿਨशाही ਸੰਮਤ 8 ਸਵੇਰੇ ਕੁਵੈਤ ਬੰਦਰਗਾਹ ਤੇ ਸਮੁੰਦਰ ਵਿੱਚ ਜਹਾਜ਼ ਖੜੇ ਵਿੱਚ ਕਿਰਪਾ ਕੀਤੀ। ਆਖਰੀ ਪੜਾਅ ਸਮੁੰਦਰੀ ਬੇੜੇ ਦਾ 8 ਦਿਨ ਬਾਅਦ ਕੁਵੈਤ ਬੰਦਰਗਾਹ ਸੀ। ਸਵੇਰੇ ਤਕਰੀਬਨ ਸਮੁੰਦਰੀ ਬੇੜਾ 4-5 ਵਜੇ ਬੰਦਰਗਾਹ ਤੇ ਲੱਗ ਗਿਆ। ਵਿਹਾਰ ਥੋੜਾ ਜਿਹਾ ਲੇਟ ਹੋਇਆ। ਉਸ ਵੇਲੇ ਪਹਿਲੀ ਸਾਵਣ ਨੇ ਮੰਗ ਕਰ ਲਈ। ਪਹਿਲੀ ਸਾਵਣ ਸ਼ਹਿਨशाही ਸੰਮਤ 8 ਦੀ ਲਿਖਤ ਮੰਗਲ ਸਿੰਘ ਦੇ ਗ੍ਰਹਿ ਵਪਾਰ ਸਦੀ 14ਵੀਂ ਕਹਿ ਰਹੀ ਕਿ ਜਦੋਂ ਮੇਰਾ ਸਾਹਿਬ ਆਪਣਾ ਪਵਿੱਤਰ ਕਦਮ ਮੇਰੀ ਧਰਤੀ ਤੇ ਰੱਖੇਗਾ, ਉਸ ਵਕਤ ਨੀਲਾ ਬੁਰਕਾ ਪਹਿਨਿਆ ਹੋਵੇਗਾ। ਇਸ ਦਿਨ ਹਜੂਰ ਸ਼ਹਿਨशाह ਜੀ ਨੇ ਨੀਲਾ ਬੁਰਕਾ ਪਹਿਨਿਆ ਹੋਇਆ ਸੀ। ਜਿਸ ਵੇਲੇ ਕੁਵੈਤ ਬੰਦਰਗਾਹ ਤੇ ਹਜੂਰ ਸ਼ਹਿਨशाह ਜੀ ਨੇ ਆਪਣਾ ਪਵਿੱਤਰ ਚਰਨ ਰੱਖਣਾ ਸੀ। ਤਰਨੀ ਕਹਿ ਮੈਂ ਜੁਗ ਚੌਕੜੀ ਘੁੰਮਾਂ, ਜੁਗ ਚੌਕੜੀ ਭੱਜਾਂ ਵਾਹੋ ਦਾਈਆ, ਸਦੀ 14ਵੀਂ ਕਹੇ ਮੈਂ ਪਰਵਿਦਗਾਰ ਦੇ ਚਰਨ ਚੁੰਮਾਂ। ਤਰਨੀ ਕਹਿ ਰਹੀ ਕਿ ਮੈਂ ਜੁਗ ਚੌਕੜੀ ਘੁੰਮਦੀ ਹਾਂ, ਭੱਜਦੀ ਵੀ ਹਾਂ, ਤੇ ਸਦੀ 14ਵੀਂ ਕਹੇ ਮੈਂ ਪਰਵਿਦਗਾਰ ਦੇ ਚਰਨ ਚੁੰਮਾਂ, ਨਿਵ ਨਿਵ ਲਾਗਾਂ ਪਾਈਆਂ। ਮੈਂ ਪਰਵਿਦਗਾਰ ਦੇ ਚਰਨ ਚੁੰਮਦੀ ਹਾਂ ਕਿ ਅੱਜ ਮੇਰਾ ਪਰਵਿਦਗਾਰ ਮੇਰੇ ਦਹਲੀਜ਼ ਤੇ ਆਪਣਾ ਪਵਿੱਤਰ ਕਦਮ
ਰੱਖਿਆ ਹੈ। ਬਿਨਾਂ ਲੇਖ ਤੋਂ ਨਾ ਹਜ਼ੂਰ ਸ਼ਹਿਨशाह ਜੀ ਨੇ ਕਿਸੇ ਤਰਨੀ ਨੂੰ ਆਪਣੇ ਚਰਨਾਂ ਦੀ ਛੋਹ ਦਿੱਤੀ ਤੇ ਨਾ ਹੀ ਜੀਵਾਂ ਦਾ ਲੈਣਾ ਦੇਣਾ ਦਿੱਤਾ। ਹਜ਼ਰਤ ਮੁਹੰਮਦ ਕਹੇ ਸ਼ੁਕਰਾਨੇ ਵਾਲਾ ਮੇਰਾ ਜ਼ੁੰਮਾ। ਸਰਬ ਹਰ ਸੰਗਤ ਜੀ ਜਿਸ ਦਿਨ ਕੁਵੈਤ ਦੀ ਧਰਤੀ 'ਤੇ ਪਹੁੰਚੇ ਉਸ ਦਿਨ ਜੁਮੇ ਦਾ ਦਿਨ ਸੀ, ਸ਼ੁੱਕਰਵਾਰ ਦਾ ਦਿਨ ਸੀ। ਜੁਮਲਾ ਅੱਖਰ ਦੇਣ ਗਵਾਹੀਆ ਜਗਤ ਜਹਾਨ ਦਿਸਦਾ ਸੁਈਆਂ ਸੁੰਝ ਮਸਾਨ ਦਿਸੇ ਲਕਾਈਆ ਖੇਲ ਕਰੇ ਮਾਲਕ ਕੁੰਨਾ ਕੁਲ ਮਾਲਕ ਅਗਮ ਥਾਈਆ ਜੋ ਲੇਖਾ ਜਾਣੇ 42 ਜੂਨਾ ਲੱਖ ਨਾਲ ਵਡਿਆਈਆ। ਉਹ ਪਰਮਾਤਮਾ ਜੋ 42 ਲੱਖ ਜੂਨੀ ਦਾ ਲੇਖ ਜਾਣਦਾ ਸੀ, ਉਹ ਪਰਮਾਤਮਾ ਜਿਸ ਨੇ ਕਸ਼ਪ ਨਾਲ ਕੀਤੇ ਹੋਏ ਕੌਲ ਇਕਰਾਰ ਤੇ ਵਾਅਦੇ ਨੂੰ ਪੂਰਾ ਕਰ ਲਿਆ। ਸਰਬ ਹਰ ਸੰਗਤ ਜੀ ਕਸ਼ਪ ਜੀ 11ਵੇਂ ਅਵਤਾਰ ਹੋਏ ਨੇ। ਉਹਨਾਂ ਨੇ ਜਦੋਂ ਜਲ ਤਾਰਾ ਦੇ ਵਿੱਚੋਂ ਆਪਣਾ ਮੁਖ ਬਾਹਰ ਕੱਢਿਆ ਉਸ ਵੇਲੇ ਉਹਨਾਂ ਨੂੰ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਨਹੀਂ, ਭਗਵਾਨ ਦਾ ਨਾਹਰਾ ਨਜ਼ਰ ਆਇਆ। ਉਸ ਵੇਲੇ ਕਸ਼ਪ ਜੀ ਨੇ ਸਵਾਲ ਕੀਤਾ ਪੁਰਖੇ ਅਕਾਲ ਨੂੰ ਕਿ ਇਹ ਜੋ ਮੈਂ ਅੱਜ 11ਵੇਂ ਰੂਪ ਵਿੱਚ ਹਾਂ, ਇਹ ਮੈਂ ਜਿਹੜਾ ਨਾਹਰਾ ਦੇਖਿਆ ਕਦੋਂ ਪੂਰਾ ਹੋਵੇਗਾ। ਉਸ ਵੇਲੇ ਅੱਗੋਂ ਜਵਾਬ ਮਿਲਿਆ ਕਿ ਜਦੋਂ ਸ਼ਹਿਨशाह ਸੁਲਤਾਨ ਆਵੇਗਾ, ਸਮੁੰਦਰ ਸਾਗਰਾਂ ਨੂੰ ਪਾਰ ਕਰੇਗਾ, ਸੱਚਾ ਸਿੱਖਦਾਰ ਬਣ ਕੇ ਆਵੇਗਾ, 24ਵੇਂ ਅਵਤਾਰ ਦੇ ਰੂਪ ਵਿੱਚ ਆਵੇਗਾ, ਨਵੀਂ ਰਚਨਾ ਰਚ ਕੇ ਆਵੇਗਾ, ਭਾਰਤ ਖੰਡ ਦਾ ਕਿਨਾਰਾ ਛੱਡ ਕੇ ਆਵੇਗਾ, ਪੱਛਮ ਦਿਸ਼ਾ ਦੇ ਵਿੱਚੋਂ ਆਵੇਗਾ, 999 ਫਕੀਰਾਂ ਦੇ ਲੇਖ ਨੂੰ ਪੂਰਾ ਕਰੇਗਾ, 999 ਨਦੀਆਂ ਦੇ ਲੇਖ ਨੂੰ ਪੂਰਾ ਕਰੇਗਾ ਤੇ 999 ਦੇ ਇੱਕੋ ਕਦਮ ਨੂੰ ਬਲ ਬਾਵਣ ਦੀ ਤਾਰ ਨੂੰ ਆ ਕੇ ਆਪ ਮੁਖਾਤਬ ਕਰੇਗਾ ਤੇ ਉਦੋਂ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਜੈਕਾਰਾ ਹੋਵੇਗਾ। ਸਰਬ ਹਰ ਸੰਗਤ ਜੀ ਉਸ ਲੇਖ ਨੂੰ ਪੂਰਿਆ ਕੀਤਾ। 42 ਲੱਖ ਜੂਨੀ ਨੂੰ ਪਰਮੇਸ਼ਵਰ ਨੇ ਆਪਣੇ ਚਰਨਾਂ ਦੀ ਛੋਹ ਦੇਣ ਦਾ ਵਾਅਦਾ ਕਰ ਲਿਆ। ਹੁਣ 42 ਲੱਖ ਜੂਨੀ ਤੇ ਜਲ ਦੇ ਵਿੱਚ ਸੀ, ਉਹ ਚਰਨਾਂ ਨੂੰ ਛੋਹ ਕਿਸ ਤਰ੍ਹਾਂ ਦਿੱਤੀ ਜਾਵੇ। ਜਿਸ ਦਿਨ 3-4 ਦਿਨ ਜਦੋਂ ਦਵਾਰਕਾ ਬੇੜੇ ਨੂੰ ਚੱਲਦੇ ਨੂੰ ਹੋ ਗਏ, ਦਵਾਰਕਾ ਬੇੜਾ ਹੀ ਇਸ ਕਰਕੇ ਲਿਆ ਗਿਆ ਕਿ ਕ੍ਰਿਸ਼ਨ ਮਹਾਰਾਜ ਦੀ ਆਸਾਂ ਨੂੰ ਪੂਰਾ ਕਰਨ ਵਾਸਤੇ ਦਵਾਰਕਾ ਨਗਰੀ ਦੇ ਵਿੱਚੋਂ ਲੰਘਣਾ ਸੀ। ਇਸ ਕਰਕੇ ਦਵਾਰਕਾ ਸਮੁੰਦਰੀ ਬੇੜੇ ਨੂੰ ਪਰਮੇਸ਼ਵਰ ਨੇ ਮਾਣ ਦੇ ਦਿੱਤਾ। 42 ਲੱਖ ਜੂਨੀ ਨੂੰ ਚਰਨਾਂ ਦੀ ਛੋਹ ਦੇਣ ਵਾਸਤੇ ਹਜ਼ੂਰ ਸ਼ਹਿਨशाह ਜੀ ਨੇ ਅਜਿਹਾ ਖੇਲ ਖੇਲਿਆ ਕਿ ਜਦੋਂ ਸਮੁੰਦਰੀ ਬੇੜਾ ਆਪਣੀ ਰਫ਼ਤਾਰ ਦੇ ਨਾਲ ਜਾ ਰਿਹਾ ਸੀ, ਸ਼ਾਮ ਦਾ ਵਕਤ 5-5:30 ਦਾ, ਸਮੁੰਦਰੀ ਬੇੜੇ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ। ਸਾਇਰਨ ਵੱਜ ਗਏ, ਸਾਰਿਆਂ ਨੂੰ ਅਨਾਉਂਸਮੈਂਟ ਹੋ ਗਈ ਕਿ ਸਾਰੇ ਆਪੋ ਆਪਣੀਆਂ ਲਾਈਫ ਜੈਕਟਾਂ ਪਾ ਲਓ, ਸਮੁੰਦਰੀ ਬੇੜਾ ਡੁੱਬ ਵੀ ਸਕਦਾ ਹੈ। ਜਦੋਂ ਸਾਰੇ ਗੁਰਸਿੱਖ ਉੱਪਰ ਖੜੇ ਸੀ, ਨੀਚੇ ਆ ਗਏ ਭੱਜ ਕੇ, ਹਜ਼ੂਰ ਸ਼ਹਿਨशाह ਜੀ ਨੂੰ ਕਹਿਣ ਲੱਗੇ ਕਿ ਅਸੀਂ ਕੀ ਕਰੀਏ ਹੁਣ। ਉਸ ਵਕਤ ਅਗੰਮੇ ਬਾਪ ਨੇ ਅਗੰਮਾ ਫਰਮਾਨ ਦਿੱਤਾ ਕਿ ਤੁਹਾਨੂੰ ਕੋਈ ਜ਼ਰੂਰਤ ਨਹੀਂ। ਸਰਬ ਹਰ ਸੰਗਤ ਜੀ ਅਜਿਹਾ ਦ੍ਰਿਸ਼ ਹਜ਼ੂਰ ਸ਼ਹਿਨशाह ਜੀ ਨੀਚਲੀ ਮੰਜ਼ਲ ਜਿੱਥੇ ਕਿ ਪਾਣੀ ਭਰਿਆ ਸੀ, ਉੱਥੇ ਇੱਕ ਲੱਕੜ ਦੇ ਬੈਂਚ ਲੱਗੇ ਸੀ। ਹਜ਼ੂਰ ਸ਼ਹਿਨशाह ਜੀ ਉੱਪਰ ਬੈਠ ਕੇ ਸੱਜੇ ਚਰਨ ਦੇ ਵਿੱਚੋਂ ਜੋੜਾ ਉਤਰਾਇਆ, ਸੱਜੇ ਚਰਨ 'ਚੋਂ ਜੋੜਾ ਉਤਾਰ ਕੇ ਜਲ ਦੇ ਵਿੱਚ ਰੱਖ ਦਿੱਤਾ। ਖੱਬਾ ਚਰਨ ਬੱਦਕ ਦੇ ਤੀਰ ਨਾਲ ਵਿੰਨਿਆ ਗਿਆ ਸੀ। ਜਿਉਂ ਹੀ ਹਜ਼ੂਰ ਸ਼ਹਿਨशाह ਜੀ ਨੇ ਸੱਜਾ ਚਰਨ ਜਲ ਦੇ ਵਿੱਚ ਰੱਖਿਆ ਤੇ ਦੇਖਦਿਆਂ ਦੇਖਦਿਆਂ ਇੱਕ ਛਿੰਦ ਦੇ ਵਿੱਚ ਪਾਣੀ ਉਤਰ ਗਿਆ। ਹਜ਼ੂਰ ਸ਼ਹਿਨशाह ਜੀ ਨੇ ਫਰਮਾਨ ਕੀਤਾ ਕਿ ਇਹ 42 ਲੱਖ ਜੂਨੀ ਦੀ ਮੈਂ ਅੱਜ ਆਸ ਪੂਰੀ ਕੀਤੀ ਹੈ।
ਕਸੀਰਾ ਕਹੇ ਮੇਰੀ ਆਸਾ ਪੁੰਨੀ, ਕਸੀਰੇ ਨੇ ਵੀ ਕਹਿਤਾ ਸੀ ਕਿ ਮੇਰੀ ਆਸਾ ਪੁੰਨੀ। 42 ਲੱਖ ਜੂਨੀ ਦੀ ਮੈਂ ਅੱਜ ਆਸ ਪੂਰੀ ਕੀਤੀ ਹੈ, ਕਿਉਂਕਿ ਮੇਰਾ 42 ਲੱਖ ਨਾਲ ਇੱਕ ਵਾਅਦਾ ਸੀ ਕਿ ਜਦੋਂ ਮੈਂ ਸਮੁੰਦਰਾਂ ਦੇ ਵਿੱਚ ਆਵਾਂਗਾ ਤੁਹਾਡਾ ਸੱਚਾ ਸਿਕਦਾਰ ਬਣ ਕੇ ਆਵਾਂਗਾ। ਜੋ 42 ਲੱਖ ਜੂਨੀ ਅੱਜ ਜਲ ਵਿੱਚ ਹੈ, ਇਸ ਨੂੰ ਮੈਂ ਮਾਨਸ ਜਨਮ ਦੇਣ ਦਾ ਵਾਅਦਾ ਕਰਦਾ ਹਾਂ। ਸਰਬਹਰ ਸੰਗਤ ਜੀ, ਇਹ ਹੈ ਪਰਮੇਸ਼ਵਰ ਦੀਆਂ ਸਾਖਾਤ ਪ੍ਰਤੱਖ ਅਜਿਹੀਆਂ ਗੱਲਾਂ, ਕਿਉਂਕਿ ਪਰਮਾਤਮਾ ਲਈ ਇਹ ਗੱਲਾਂ ਬਹੁਤ ਛੋਟੀਆਂ ਨੇ। ਉਹ ਤੇ ਛਿਣ ਭਰ ਦੇ ਵਿੱਚ ਸ੍ਰਿਸ਼ਟੀ ਦੀ ਬਦਲੀ ਕਰ ਦਿੰਦੇ ਨੇ। ਹਜੂਰ ਸ਼ਹਿਨशाह ਜੀ ਨੇ ਸੱਜੇ ਤੇ ਖੱਬੇ, ਖੱਬੇ ਤੇ ਸੱਜੇ ਚਰਨ ਦੀ ਬਦਲੀ ਕੀਤੀ। ਖੱਬਾ ਚਰਨ ਬਦਕ ਦੇ ਤੀਰ ਨਾਲ ਵਿੰਨਿਆ ਗਿਆ ਸੀ। ਖੱਬੇ ਤੇ ਸੱਜੇ ਨੂੰ ਮਾਣ ਇਸ ਕਰਕੇ ਦੇ ਦਿੱਤਾ ਕਿ ਮੈਂ 2 ਜਹਾਨਾਂ ਦੀ ਬਦਲੀ ਕਰਕੇ ਰੱਖ ਦਿੱਤੀ ਹੈ। ਕਿੱਦਾਂ ਕੀਤੀ? ਕਿ ਮੈਂ ਕਲਯੁਗ ਦੇ ਵਿੱਚ ਸਤਯੁਗ ਦੀ ਸ਼ੁਰੂਆਤ ਕਰ ਦਿੱਤੀ ਹੈ। ਲੱਖ ਨਾਲ ਵਡਿਆਈ ਆ ਉਸ ਦਾ 4 ਯੁੱਗ ਦੇ ਸ਼ਾਸਤਰ ਦੇ ਨਾ ਸਕਣ ਨਮੂਨਾ। 4 ਯੁੱਗ ਦੇ ਸ਼ਾਸਤਰ ਅੱਜ ਤੱਕ ਪਰਮਾਤਮਾ ਦੀ ਗੱਲ ਦੱਸ ਸਕੇ ਨਹੀਂ ਕਿ ਉਹ ਪਰਮਾਤਮਾ ਕਿਹੋ ਜਿਹਾ ਹੋਵੇਗਾ। ਬੇਸ਼ੱਕ ਪਰਮਾਤਮਾ ਨਿਰਗੁਣ ਹੈ, ਨਿਰੰਕਾਰ ਹੈ, ਜੋਤ ਸਰੂਪ ਹੈ, ਸ਼ਬਦ ਦੀ ਤਾਰ ਹੈ, ਆਦਿ ਜਗਤ ਸੱਚ ਤੇ ਸੱਚ ਹੈ। ਪਰ ਜਿੰਨਾ ਚਿਰ ਉਹ ਨਿਰਗੁਣ ਨਿਰੰਕਾਰ ਨਿਰਾਕਾਰ ਪਰਮਾਤਮਾ ਆਪਣੇ ਸਰਗੁਣ ਸਤ ਸਰੂਪ ਨੂੰ ਮਾਤ ਲੋਕ ਵਿੱਚ ਮੁਖਾਤਬ ਨਹੀਂ ਕਰਦੇ, ਉਹਨਾਂ ਚਿਰ ਕਿਸੇ ਦਾ ਲੈਣਾ ਦੇਣਾ ਦਿੱਤਾ ਜਾ ਸਕਦਾ ਨਹੀਂ ਸੀ। ਸਾਨੂੰ ਆਪਣੀ ਬੇਪਹਿਚਾਣ ਨੇ ਆਪਣੀ ਪਹਿਚਾਣ ਆਪ ਦਿੱਤੀ। ਰੂਪ ਰੰਗ ਰੇਖ ਨਾ ਕੋਏ ਵਿਖਾਈਆ, ਉਹ ਲੇਖੇ ਲਾਏ ਜਨ ਭਗਤਾਂ। ਭਗਤੀ ਵਿਹੂਣਾ ਮਿਹਰ ਨਜ਼ਰ ਉਠਾਈਆ, ਜਿਸ ਦਾ ਪ੍ਰਕਾਸ਼ ਨਾ ਕੋਈ ਸਮਝੇ ਚਾਹੁਣਾ ਕੇ ਦੂਣਾ। ਬੇਅੰਤ ਆਪਣੀ ਕਾਰ ਕਮਾਈਆ। ਪਰਮਾਤਮਾ ਦੇ ਪ੍ਰਕਾਸ਼ ਨੂੰ ਕਿਸੇ ਗਿਣਤੀ ਮਿਣਤੀ ਵਿੱਚ ਰੱਖਿਆ ਨਹੀਂ ਜਾ ਸਕਦਾ। ਪਰਮਾਤਮਾ ਨੂਰੋ ਨੂਰ ਹੈ, ਪਰਮਾਤਮਾ ਪ੍ਰਕਾਸ਼ਵਾਨ ਹੈ। ਅਸੀਂ ਉਸ ਦੇ ਪ੍ਰਕਾਸ਼ ਨੂੰ ਇੱਕ ਛਿਣ ਪਲ ਲਈ ਵੀ ਦੇਖ ਨਹੀਂ ਸਕਦੇ। ਉਸ ਪ੍ਰਕਾਸ਼ ਨੂੰ ਦੇਖਣਾ, ਉਸ ਪ੍ਰਕਾਸ਼ ਦੀ ਝਾਲ ਨੂੰ ਚੱਲਣਾ ਕਿਸੇ ਜੀਵ ਦੇ ਵੱਸ ਦੀ ਗੱਲ ਸਾਡੇ ਹੈ ਹੀ ਨਹੀਂ ਹੈ। ਉਹ ਧਰਨੀ ਨੂੰ ਦੇਵਨ ਆਇਆ ਹਲੂਣਾ, ਹੁਲਾਰਾ ਆਪਣਾ ਰੰਗ ਰੰਗਾਈਆ। ਜਿਸ ਦਾ ਖੇਲ ਨਾਮ ਲੂਮਾ, ਅਕਲ ਬੁੱਧੀ ਸਮਝਣ ਕੋਏ ਨਾ ਆਈਆ। ਪਰਮਾਤਮਾ ਦੀ ਖੇਲ ਨੂੰ ਕੋਈ ਵੀ 5 ਤੱਤ ਇਨਸਾਨ ਜਿਹੜਾ ਆਪਣੀ ਬੁੱਧ ਮੱਤ ਦੇ ਨਾਲ ਸਮਝ ਸਕਦਾ ਨਹੀਂ। ਜੀਵ ਦੀ ਬੁੱਧ ਮੱਤ ਕੀ ਹੈ? ਕੁਛ ਵੀ ਨਹੀਂ। ਜੇ ਕਿਰਪਾ ਹੈ ਪ੍ਰਭੂ ਦੀ ਤੇ ਪ੍ਰਭੂ ਦੇ ਚਰਨਾਂ ਵਿੱਚ ਅਸੀਂ ਨਮਸਕਾਰ ਕਰਾਂਗੇ। ਜੇ ਨਹੀਂ ਕਿਰਪਾ ਤੇ ਜੀਵ ਕੀ ਹੈ? ਮਿੱਟੀ ਖਾਕ ਦੇ ਵਿੱਚ ਰੁਲ ਜਾਂਦਾ ਹੈ। ਇਹ ਕਿਰਪਾ ਹੈ ਜਦੋਂ ਜੀਵ ਪ੍ਰਭੂ ਦੇ ਚਰਨਾਂ ਤੇ ਨਮਸਕਾਰ ਕਰਦਾ ਹੈ। ਹਜੂਰ ਸ਼ਹਿਨशाह ਜਿਸ ਦੀਨ ਦੁਨੀ ਦਾ ਬਦਲ ਦੇਣਾ ਪਾਸਾ, ਪੈਸ਼ੀਨ ਗੋਈਆਂ ਸਭ ਦੀਆਂ ਵੇਖ ਵਿਖਾਈਆ। ਤੂੰ ਉਸ ਦਾ ਮੰਨਣਾ ਆਖਾਂ, ਨਿਵ ਨਿਵ ਸੀਸ ਨਵਾਈਆ। ਸਰਬਹਰ ਸੰਗਤ ਜੀ, ਪਰਮਾਤਮਾ ਨੇ ਪਾਸਾ ਬਦਲਿਆ। ਸਾਰੇ ਜੀਵਨ ਦੀ ਹਜਾਤੀ ਸਾਰਿਆਂ ਦੀ ਬਦਲ ਕੇ ਰੱਖ ਦਿੱਤੀ। ਜੋ 2 ਜਹਾਨਾਂ ਰਾਖਾ, 14 ਤਬਕ ਹੋਏ ਸਹਾਈਆ। 14 ਤਬਕਾਂ ਦਾ 7 ਜਿਮੀ 7 ਅਸਮਾਂ, 14 ਤਬਕਾਂ ਦਾ ਪਰਮੇਸ਼ਵਰ ਸਹਾਇਕ ਬਣਿਆ। ਜਿਸ ਦਾ ਇੱਕੋ ਨੂਰ ਜੋਤੀ ਤਾਰ ਸਭ ਦੀ ਜਗੇ ਲਲਾਟਾ, ਹਰ ਕਟ ਰਿਆ ਸਮਾਈਆ। ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰ ਸੱਚ ਦਾ ਹੁਕਮ ਆਪ ਸੁਣਾਈਆ। ਤਰਨੀ ਕਹੇ ਸਦੀ 14ਵੀਂ ਮੇਰੇ ਅੰਦਰ ਬੜੀ ਰੀਝ। ਤਰਨੀ ਕਹਿ ਰਹੀ ਹੈ ਸਦੀ 14ਵੀਂ ਨੂੰ ਕਿ ਮੇਰੇ ਅੰਦਰ ਬੜੀ ਰੀਝ ਹੈ ਖੁਸ਼ੀਆਂ ਨਾਲ ਜਣਾਈਆ। ਕਿ ਮੈਂ ਅੱਜ ਖੁਸ਼ੀਆਂ ਨਾਲ ਦੱਸ ਰਹੀ ਹਾਂ, ਧਰਨੀ ਕਹਿ ਰਹੀ ਆ ਕਿ ਮੇਰਾ ਪਰਮਾਤਮਾ, ਮੇਰਾ ਨੂਰ ਅੱਜ ਮੇਰੇ ਧਰਤੀ 'ਤੇ ਆਪਣਾ ਪਵਿੱਤਰ ਕਦਮ ਰੱਖਿਆ ਹੈ। ਮੇਰੇ ਅੰਦਰ ਇਹ ਬੜੀ ਰੀਝ ਸੀ ਜਿਸ ਨੂੰ ਮੈਂ ਬੜੀ ਖੁਸ਼ੀ ਦੇ ਨਾਲ ਦੱਸ ਰਹੀ ਹਾਂ। ਕਿਹੋ ਜਿਹੀ ਖੁਸ਼ੀ ਸੀ ਉਸ ਵਕਤ ਕਿ ਉਸ ਪਰਮਾਤਮਾ ਨੇ ਮੇਰੇ ਉੱਤੇ ਆਪਣਾ ਪਵਿੱਤਰ ਚਰਨ ਟਿਕਾਇਆ। ਤਰਨੀ ਕਹਿ ਸਦੀ 14ਵੀਂ ਮੇਰੇ ਅੰਦਰ ਬੜੀ ਰੀਝ, ਖੁਸ਼ੀਆਂ ਨਾਲ ਜਨਾਈਆ। ਮੇਰਾ ਮਾਲਕ ਗਿਆ ਪਦੀਜ਼, ਪਾਰ ਬ੍ਰਹਮ ਬੇਪਰਵਾਈਆ। ਜਿਸ ਦੇ ਪੈਗੰਬਰ ਬਣੇ ਅਜੀਜ਼, ਈਸਾ ਮੂਸਾ ਮੁਹੰਮਦ ਸੀਸ ਨਵਾਈਆ। ਉਹ ਤੇਰੇ ਗ੍ਰਹਿ
ਆਉਣਾ ਉਹਦਾ ਕਦਮ ਤਰਨੀ ਕਹੇ ਮੇਰੀ ਹੋਣਾ ਦਹਲੀਜ਼। ਉਸ ਪਰਮਾਤਮਾ ਨੇ ਅੱਜ ਇਸ ਧਰਤੀ ਤੇ ਆ ਕੇ ਸਦੀ 14ਵੀਂ ਦੇ ਉਸ ਮਾਣ ਨੂੰ ਬਰਕਰਾਰ ਰੱਖਿਆ ਕਿ ਆਪਣਾ ਪਵਿੱਤਰ ਕਦਮ ਉਸ ਦਲੀਜ਼ ਤੇ ਰੱਖ ਦਿੱਤਾ, ਸੋਹਣਾ ਚਰਨ ਟਕਾਈਆ। ਉਹ ਤੇਰੇ ਗ੍ਰਹਿ ਆਉਣਾ ਉਹਦਾ ਕਦਮ ਤਰਨੀ ਕਹੇ ਮੇਰੀ ਹੋਣਾ ਦਹਲੀਜ਼, ਸੋਹਣਾ ਚਰਨ ਟਕਾਈਆ। ਅੱਜ ਮੇਰੇ ਤੇ ਪਰਮੇਸ਼ਵਰ ਨੇ ਸੋਹਣਾ ਚਰਨ ਟਿਕਾਉਣਾ ਵਾ। ਸਰਬਹਰ ਸੰਗਤ ਜੀ, ਸਮਾਂ ਤਕਰੀਬਨ 11:30 ਦਾ ਸੀ, ਸ਼ਾਇਦ 12 ਦਾ ਹੋ ਗਿਆ, ਜਦੋਂ ਹਜ਼ੂਰ ਸ਼ਹਿਨਸ਼ਾਹ ਜੀ ਨੇ ਆਪਣਾ ਪਵਿੱਤਰ ਚਰਨ ਕਮਲ ਕਵੈਤ ਤੇ ਬੰਦਰਕਾ ਤੇ ਟਿਕਾਇਆ। ਜਿਹੜੇ ਨਾਲ ਗੁਰਸਿੱਖ ਗਏ ਸੀ ਉਹਨਾਂ ਨੂੰ ਹਦਾਇਤ ਕੀਤੀ ਕਿ ਜਿਹੜੇ ਤੁਸੀਂ ਆਪਣੇ ਗੁੱਟਾਂ ਨੂੰ ਲਾਲ ਗਾਨੇ ਬੰਨੇ ਨੇ ਉਹ ਖੋਲ ਕੇ ਇਸੇ ਧਰਤੀ ਉੱਤੇ ਸੁੱਟ ਦੇਵੋ। ਮੈਂ ਤਰਨੀ ਕਹਿ ਰਹੀ, ਮੈਂ ਇੱਕੋ ਮੰਗ ਉਸ ਪ੍ਰਭੂ ਤੋਂ ਮੰਗਾ, ਪਰਵਿਦਗਾਰ ਮੇਰੀ ਝੋਲੀ ਦੇਣਾ ਪਾਈਆ, ਮੇਰਾ ਸਫ਼ਰ ਰਿਹਾ ਨਾ ਲੰਬਾ। ਤਰਨੀ ਕਹਿ ਰਹੀ ਕਿ ਪਰਵਿਦਗਾਰ ਮੇਰਾ ਸਫ਼ਰ ਲੰਬਾ ਨਹੀਂ ਰਿਹਾ, ਅੰਤਮ ਲੇਖਾ ਰਿਹਾ ਮੁਕਾਈਆ। ਮੈਂ ਜਦੋਂ ਸੁਣਦੀ ਤੂੰ ਮੇਰਾ ਮੈਂ ਤੇਰਾ ਛੰਦਾ, ਮਸ਼ੰਦਗੀ ਦਾ ਲੇਖਾ ਦਿਆਂ ਚੁਕਾਈਆ। ਤਰਨੀ ਕਹਿ ਰਹੀ ਕਿ ਪਰਮਾਤਮਾ ਮੈਂ ਜਦੋਂ ਸੁਣਦੀ ਹਾਂ ਮੈਂ ਤੂੰ ਮੇਰਾ ਤੇ ਮੈਂ ਤੇਰਾ ਛੰਦਾ ਸੁਣਦੀ ਹਾਂ, ਮਸ਼ੰਦਗੀ ਸਭ ਦੀ ਦਿੱਤੀ ਮਿਟਾਤੀ ਆ। ਮਸ਼ੰਦਗੀ ਅਧੀਨਗੀ ਹੁੰਦੀ ਹੈ, ਹਰ ਭਗਤ ਨਹੀਂ ਕਿਸੇ ਦਾ ਮਸ਼ੰਦਾ, ਮਸ਼ੰਦਗੀ ਪ੍ਰਭ ਨੇ ਦਿੱਤੀ ਗਵਾਈ ਆ। ਕਿਸੇ ਵੀ ਭਗਤ ਨੂੰ ਕਿਸੇ ਦੀ ਅਧੀਨਗੀ ਨਹੀਂ। ਜਿਸ ਲੇਖੇ ਲਾਉਣਾ ਨਿਸ਼ਾਨ ਤਾਰਾ ਚੰਦਾ, ਜਿਸ ਪਰਮਾਤਮਾ ਨੇ ਤਾਰਾ ਚੰਦ ਦੇ ਨਿਸ਼ਾਨ ਨੂੰ ਲੇਖੇ ਲਾਉਣਾ, ਆਸਾ ਮੁਹੰਮਦ ਪੂਰ ਕਰਾਈਆ। ਉਸ ਦੇ ਗ੍ਰਹਿ ਵੜਦਿਆਂ ਸੱਤਾਂ ਗੁਰਮੁਖਾਂ ਆਪਣੇ ਗਾਨੇ ਦੀਆਂ ਖੋਲਣੀਆਂ ਗੰਢਾਂ, ਲਾਲ ਰੰਗ ਧਰਤੀ ਉੱਤੇ ਦੇਣਾ ਸਟਾਈਆ। ਜਿਹੜੇ ਗੁਰਮੁਖ ਨਾਲ ਗਏ ਸੀ, ਕੋਈ ਰੁੱਸੇ ਦਿਨੇ ਤੇ ਕੋਈ ਰੁੱਸੇ ਰਾਤੀ ਹੈ, ਤੇ ਉਹਨਾਂ ਨੇ ਆਪਣੇ ਗਾਨੇ ਦੀਆਂ ਗੰਢਾਂ, ਲਾਲ ਗਾਨੇ ਦੀਆਂ ਗੰਢਾਂ ਖੋਲ੍ਹ ਕੇ ਉਸ ਧਰਤੀ ਤੇ ਸੁੱਟ ਦੇਣੀਆਂ। ਲਾਲ ਰੰਗ ਧਰਤੀ ਉੱਤੇ ਦੇਣਾ ਸਟਾਈਆ, ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ। ਪਰਮੇਸ਼ਵਰ ਦਾ ਫਰਮਾਨ, ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ, करे खेल साचा हर नेक कलंक नरैन नर मारे शेर से विष्णु भगवान, जगत जहान जुग चौकड़ी मेटन हारा पंदा, पांदी वेखे खल खदाइया। ਸਰਬਹਰ ਸੰਗਤ ਜੀ, ਲਾਲ ਗਾਨੇ ਖੋਲ੍ਹ ਕੇ ਉੱਥੇ ਸੁੱਟਦੇ। ਹਜ਼ੂਰ ਸ਼ਹਿਨਸ਼ਾਹ ਜੀ ਨੇ ਕੁਝ ਸਮੇਂ ਲਈ ਉੱਥੇ ਹੀ ਰੁਕੇ। ਉਸ ਤੋਂ ਬਾਅਦ ਗੁਰਸਿੱਖ ਅਜੀਤ ਸਿੰਘ ਦੇ ਗ੍ਰਹਿ ਕਵੈਤ ਪਹੁੰਚ ਗਏ। ਤਾਰਾ ਚੰਦ ਦਾ ਨਿਸ਼ਾਨ ਲੇਖੇ ਲਾਇਆ, ਜਿਸ ਦਾ ਲੇਖ ਬਹੁਤ ਚੱਲਦਾ ਹੈ ਕਿ ਪਰਮੇਸ਼ਵਰ ਨੇ ਉਸ ਤਾਰੇ ਚੰਦ ਦੇ ਨਿਸ਼ਾਨ ਨੂੰ ਕਿਸ ਤਰ੍ਹਾਂ ਲੇਖੇ ਲਾਇਆ। ਕਿਸ ਤਰ੍ਹਾਂ ਇਸਤਾਂਬੁਲ ਤੋਂ 101 ਮੀਲ ਦੀ ਦੂਰੀ 'ਤੇ ਅੱਗੇ ਜਾ ਕੇ ਤਾਰੇ ਚੰਦ ਦਾ ਨਿਸ਼ਾਨ ਚਲਾਇਆ। ਸਰਬਹਰ ਸੰਗਤ ਜੀ, ਕਾਰ ਆਪਣੀ ਰਫ਼ਤਾਰ ਨਾਲ ਜਾ ਰਹੀ ਸੀ। ਕਿਸੇ ਨੂੰ ਕੋਈ ਪਤਾ ਨਹੀਂ ਕਿ 101 ਮੀਲ ਕਿੱਥੇ ਹੋਵੇਗਾ। ਹਜ਼ੂਰ ਸ਼ਹਿਨਸ਼ਾਹ ਜੀ ਨੇ ਜਦੋਂ ਚਿਕਲੁਕ ਪਿੰਡ ਤੋਂ ਅੱਗੇ ਲੰਘ ਗਏ, ਥੋੜ੍ਹਾ ਜਿਹਾ ਚਿਕਲੁਕ ਪਿੰਡ ਤੋਂ ਅੱਗੇ ਗਏ, ਹਜ਼ੂਰ ਸ਼ਹਿਨਸ਼ਾਹ ਜੀ ਨੇ ਸੜਕ ਦੇ ਸੱਜੇ ਪਾਸੇ ਕਾਰ ਰੋਕਣ ਦਾ ਹੁਕਮ ਦੇ ਦਿੱਤਾ। ਉਸ ਥਾਂ 'ਤੇ ਇੱਕ ਛੋਟੀ ਜਿਹੀ ਕੱਚੀ ਦੀਵਾਰ ਸੀ। ਉਸ ਕੱਚੀ ਦੀਵਾਰ ਦੇ ਉੱਤੇ 101 ਮੀਲ ਪੂਰਾ ਬਣਦਾ ਸੀ। ਉਸ ਜਗ੍ਹਾ 'ਤੇ ਹਜ਼ੂਰ ਸ਼ਹਿਨਸ਼ਾਹ ਜੀ ਨੇ ਸਾਰੇ ਗੁਰਸਿੱਖ ਨਾਲ ਖੜ੍ਹੇ ਹੋ ਗਏ। ਹਜ਼ੂਰ ਸ਼ਹਿਨਸ਼ਾਹ ਜੀ ਨੇ ਉੱਥੇ 101 ਮੀਲ ਦੇ ਫਾਸਲੇ 'ਤੇ ਤਾਰੇ ਚੰਨ ਦਾ ਨਿਸ਼ਾਨ ਚਲਾ ਕੇ ਤੇ ਉਸ ਲੇਖ ਨੂੰ ਪੂਰਿਆ ਕੀਤਾ, ਜਿਹੜੀ ਕਿ 14ਵੀਂ ਸਦੀ ਦੀ ਇੱਕ ਮੰਗ ਸੀਗਾ। ਪਰਮੇਸ਼ਵਰ ਨੇ ਹਰ ਮੰਗ ਨੂੰ ਪੂਰਿਆ ਕੀਤਾ। ਸਰਬਹਰ ਸੰਗਤ ਜੀ, ਚਾਹੇ ਉਹ ਧਰਤੀ ਦੀ ਮੰਗ ਸੀ, ਚਾਹੇ ਉਹ ਖੇਤਾਂ ਦੇ ਹਦਵਾਣਿਆਂ ਖਰਬੂਜਿਆਂ ਦੀ ਮੰਗ ਸੀ, ਚਾਹੇ ਅਬਦੁਲ ਕਰੀਮ ਦੀ ਮੰਗ ਸੀ ਜਾਂ ਨਜ਼ੀਰ ਦੀ ਮੰਗ ਸੀ, ਉਹ ਪਰਮੇਸ਼ਵਰ ਨੇ ਹਰ ਮੰਗ ਨੂੰ ਪੂਰਿਆ ਕੀਤਾ। ਚਾਹੇ ਉਹ ਮੰਗ ਫਰਿਆਦ ਦਰਿਆ ਦੀ ਸੀ, ਦਜ਼ਲੇ ਦਰਿਆ ਦੀ ਸੀ। ਦਜ਼ਲਾ ਦਰਿਆ ਅਤੇ ਫਰਿਆਦ ਦਰਿਆ ਪਵਿੱਤਰ ਮੰਨੇ ਜਾਂਦੇ ਨੇ ਇਰਾਕ ਦੇ ਵਿੱਚ।
ਦੋਹਾਂ ਦਰਿਆਵਾਂ ਦਾ ਲੇਖ ਬਹੁਤ ਹੈ। ਕਿਸ ਤਰ੍ਹਾਂ ਹਜ਼ੂਰ ਸ਼ਹਿਨशाह ਜੀ ਨੇ ਫਰਿਆਦ ਦਰਿਆ ਦੀ ਮੰਗ ਨੂੰ ਪੂਰੀਆਂ ਕੀਤਾ। ਮੁਸਾਹਿਬ ਪਿੰਡ ਦੇ ਵਿੱਚ ਜਾ ਕੇ ਫਰਿਆਦ ਦਰਿਆ ਦੇ ਕੰਢੇ 'ਤੇ ਪਹੁੰਚ ਗਏ ਹਜ਼ੂਰ ਸ਼ਹਿਨशाह ਜੀ 3:15 ਵਜੇ। ਉੱਥੋਂ ਦੇ ਲੇਖ ਨੂੰ ਪੂਰੀਆਂ ਕੀਤਾ। ਸਾਰਿਆਂ ਗੁਰਸਿੱਖਾਂ ਦਾ ਮੁੱਖ ਸ਼ਮਾਲ ਵੱਲ ਕਰ ਦਿੱਤਾ। ਹਜ਼ੂਰ ਸ਼ਹਿਨशाह ਜੀ ਨੇ ਉਸ ਜਗ੍ਹਾ 'ਤੇ ਵਿਹਾਰ ਕਰਾਇਆ। 7 ਗੁਰਸਿੱਖਾਂ ਦੀ ਉਂਗਲੀ ਦੇ ਵਿੱਚੋਂ ਕਰਦੇ ਬੇਦਰਦੇ ਕਰਦ ਦੇ ਨਾਲ ਖੂਨ ਕੱਢਿਆ ਗਿਆ। ਉਹ ਕੱਢਿਆ ਹੋਇਆ ਖੂਨ ਹਜ਼ੂਰ ਸ਼ਹਿਨशाह ਜੀ ਦੇ ਪਵਿੱਤਰ ਹਸਤ ਕਮਲਾਂ ਨੂੰ ਲਗਾਇਆ ਗਿਆ ਅਤੇ ਢਾਲ ਨੂੰ ਲਗਾਇਆ ਗਿਆ। ਉਸ ਤੋਂ ਬਾਅਦ ਵਿਹਾਰ ਹੋਇਆ। ਫਰਿਆਦ ਦਰਿਆ ਕਹਿ ਰਿਹਾ ਕਿ ਅੱਜ ਮੈਂ ਉਸ ਪਰਵਿਰਦਗਾਰ ਦੇ ਚਰਨਾਂ ਦੇ ਵਿੱਚ ਫੱਬਦਾ ਹਾਂ ਜਿਸ ਦੀ ਮੈਨੂੰ ਉਡੀਕ ਸੀ। ਉੱਥੇ ਹਜ਼ਰਤ ਮੁਹੰਮਦ ਸਾਹਿਬ ਦੀ ਖਾਸ਼ ਮੁਤਾਬਕ 1.25 ਪਾ ਚੌਲਾਂ ਦੀ ਨਿਆਜ਼ ਵਰਤਾਈ ਗਈ। ਉਸ ਧਰਤੀ ਦੇ ਉੱਪਰ ਤੇ ਜਿਹੜੇ ਨਾਲ ਗੁਰਸਿੱਖ ਗਏ ਸੀ, ਇਹਨਾਂ ਨੇ ਅਚਾਰ ਤੇ ਪਿਆਜ਼ ਦੇ ਨਾਲ ਹੀ ਉੱਥੋਂ ਖੁਬਸ ਲੈ ਕੇ ਖਾਧੇ, ਕਿਉਂਕਿ ਖਾਸ਼ ਸੀ ਉੱਥੋਂ ਦੀ ਕਿ ਜਦੋਂ ਮੇਰੇ ਦੇਸ਼ ਆਇਆ ਜਾਵੇ ਤੇ ਮੇਰੇ ਦੇਸ਼ ਦਾ ਖਾਣ ਪੀਣ ਹੀ ਮੇਰਾ ਪਰਵਿਰਦਗਾਰ ਕਰੇ। ਸਰਬਹਰ ਸੰਗਤ ਜੀ, ਇਹ ਉਹ ਗੱਲਾਂ ਨੇ ਜੋ ਪਰਮੇਸ਼ਵਰ ਨੇ ਹਰ ਜਗ੍ਹਾ ਦਾ ਲੈਣਾ ਦੇਣਾ ਪੂਰਾ ਕਰਨ ਵਾਸਤੇ ਕੀਤੀਆਂ। ਹਜ਼ੂਰ ਸ਼ਹਿਨशाह ਜੀ ਨੇ ਹਜ਼ਰਤ ਮੁਹੰਮਦ ਸਾਹਿਬ ਦੀ ਖਾਸ਼ ਨੂੰ ਪੂਰਾ ਕੀਤਾ, ਕਿਉਂਕਿ ਪਰਮਾਤਮਾ ਨੇ ਉਹ ਖਾਸ਼ ਪੂਰੀ ਕੀਤੀ ਜਿਹੜੀ ਅੱਜ ਤੱਕ ਕਦੀ ਕਿਸੇ ਨੇ ਕੀਤੀ ਹੀ ਨਹੀਂ ਸੀ। ਇਸੇ ਤਰ੍ਹਾਂ ਹਜ਼ੂਰ ਸ਼ਹਿਨशाह ਜੀ ਨੇ ਕੁਸ਼ਾਦੀਪ ਦੀ ਧਰਤੀ 'ਤੇ 7 ਸਤੰਬਰ 1972 ਨੂੰ ਦੁਪਹਿਰ ਦੇ ਵੇਲੇ ਆਪਣੇ ਪਵਿੱਤਰ ਚਰਨਾਂ ਦੀ ਛੋਹ ਦਿੱਤੀ। ਹਜ਼ੂਰ ਸ਼ਹਿਨशाह ਜੀ ਨੇ ਸਮਾਂ ਤਕਰੀਬਨ 3-3:30 ਵਜੇ ਦਾ ਠੀਕ ਡੋਬਰ ਬੰਦਰਗਾਹ ਤੋਂ 7 ਕਿਲੋਮੀਟਰ ਅੱਗੇ ਜਾ ਕੇ ਹਜ਼ੂਰ ਸ਼ਹਿਨशाह ਜੀ ਨੇ ਕਾਰ ਰੋਕਣ ਦਾ ਹੁਕਮ ਦੇ ਦਿੱਤਾ। ਉਸ ਜਗ੍ਹਾ ਦਾ ਲੇਖ ਬਹੁਤ ਹੈ। ਰਾਜੇ ਬਲ ਬਾਵਨ ਦੀ ਤਾਰ ਦਾ ਵੀ ਲੇਖ ਉੱਥੇ ਚੱਲਦਾ ਹੈ। ਉੱਥੇ ਉਸ ਕੰਨੇ ਦਾ ਲੇਖ ਵੀ ਚੱਲਦਾ ਹੈ ਜੋ ਸੁਨਹਿਰੀ ਰੰਗ ਦਾ ਬਣਾ ਕੇ ਹਜ਼ੂਰ ਸ਼ਹਿਨशाह ਜੀ ਨੇ ਆਪਣੇ ਨਾਲ ਖੜਿਆ ਸੀ। 3.5 ਇੰਚ ਲੰਬਾਈ ਤੇ 1.25 ਇੰਚ ਚੜਾਈ ਸੀ ਉਸ ਸੁਨਹਿਰੀ ਕੰਨੇ ਦੀ। ਸਾਰਿਆਂ 7 ਗੁਰਮੁਖਾਂ ਨੂੰ ਹਜ਼ੂਰ ਸ਼ਹਿਨशाह ਜੀ ਨੇ ਹੁਕਮ ਦਿੱਤਾ ਕਿ 7 ਗੁਰਮੁਖਾਂ ਨੇ ਇਕੱਠਿਆਂ ਹੀ ਉਸ ਕੰਨੇ ਨੂੰ ਫੜ ਕੇ ਪ੍ਰਭ ਚਰਨਾਂ ਦੇ ਵਿੱਚ ਢੇਰੀ ਕਰਨਾ ਹੈ, ਜਿਮੀ ਦੇ ਉੱਤੇ ਨਾ ਸੁਹਾਇਆ ਜਾਵੇ। ਸਰਬਹਰ ਸੰਗਤ ਜੀ, ਉਸ ਧਰਤੀ ਦੇ ਉੱਤੇ ਬਾਵਨ ਜੀ ਨੇ ਆਪਣੀ ਰਸਨਾ ਦੇ ਨਾਲ ਪੱਪਾ ਅੱਖਰ ਲਿਖਿਆ ਸੀ। ਉਸ ਧਰਤੀ ਦੇ ਉੱਪਰ ਹੀ ਰਾਜੇ ਬਲ ਦਾ ਲੇਖ ਚੱਲਦਾ ਹੈ। ਉਸ ਧਰਤੀ ਦੇ ਉੱਪਰ ਹੀ ਗੁਰਸਿੱਖਾਂ ਨੂੰ 21 ਘੰਟੇ 21 ਘੰਟੇ ਤੋਂ ਬਾਅਦ ਲੰਗਰ ਛਕਣ ਦਾ ਹੁਕਮ ਦਿੱਤਾ। ਉਹ ਕੰਨਾ ਪਹਿਲਾਂ ਹਜ਼ੂਰ ਸ਼ਹਿਨशाह ਜੀ ਦੇ ਚਰਨਾਂ ਨਾਲ ਛੁਹਾਇਆ ਗਿਆ, ਫਿਰ ਉਹ ਕੰਨਾ ਲੰਗਰ ਨੂੰ ਛੁਹਾਇਆ ਗਿਆ। ਉਸ ਤੋਂ ਬਾਅਦ ਸਾਰਿਆਂ ਨੇ ਪ੍ਰਸ਼ਾਦਾ ਛਕਿਆ। ਕੁਸ਼ਾਦੀਪ ਦੀ ਧਰਤੀ ਉੱਤੇ ਹਜ਼ੂਰ ਸ਼ਹਿਨशाह ਜੀ ਨੇ ਆਪਣੇ ਪਵਿੱਤਰ ਚਰਨਾਂ ਦੀ ਛੋਹ ਦਿੱਤੀ। 8 ਸਤੰਬਰ ਦੀ ਸਵੇਰ ਨੂੰ ਹਜ਼ੂਰ ਸ਼ਹਿਨशाह ਜੀ ਨੇ 7 ਸਤੰਬਰ ਦੀ ਰਾਤ ਨੂੰ ਗੁਰਸਿੱਖ ਮੁਕੰਦ ਸਿੰਘ ਦੇ ਗ੍ਰਹਿ ਲਿਖਤ ਕਰਾ ਦਿੱਤੀ ਕਿ ਸੁਬਾਹ ਸਵੇਰੇ 24 ਭਾਦਰੋਂ ਨੂੰ ਸਾਰਿਆਂ ਗੁਰਸਿੱਖਾਂ ਜਿਹੜੇ ਨਾਲ ਗਏ ਸੀ ਉਹਨਾਂ ਨੇ ਚਿੱਟੇ ਬਸਤਰ ਪਹਿਨਣੇ। ਚਿੱਟੇ ਬਸਤਰ ਪਹਿਨ ਕੇ ਸਾਰਿਆਂ ਨੇ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਖੜੇ ਹੋਣਾ। ਚੁੱਪ ਚਪੀਤਿਆਂ ਠਾਂਡਿਆਂ ਸੀਤਿਆਂ ਆਪਣੀ ਰਸਨਾ 'ਚੋਂ ਸ਼ਬਦੀ ਜੈਕਾਰਾ ਬੋਲਣਾ ਤੇ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨੀ। ਪਰਮੇਸ਼ਵਰ ਦੇ ਚਰਨਾਂ ਵਿੱਚ ਸਾਰਿਆਂ ਗੁਰਸਿੱਖਾਂ ਨੇ ਵਾਰੋ ਵਾਰੀ ਨਮਸਕਾਰ ਕੀਤੀ। ਮੂੰਹ ਦੇ ਵਿੱਚ ਸ਼ਬਦੀ ਜੈਕਾਰਾ ਬੋਲਿਆ ਗਿਆ। ਚੁੱਪ ਚਪੀਤਿਆਂ ਠਾਂਡੇ ਸੀਤਿਆਂ ਸ਼ਬਦੀ ਜੈਕਾਰਾ ਬੋਲ ਕੇ ਸਾਰਿਆਂ ਨਮਸਕਾਰ ਕੀਤੀ। ਪਰਮੇਸ਼ਵਰ ਨੇ ਚਿੱਟਾ ਬਸਤਰ ਦਾ ਮਾਣ ਸਰਬ ਹਰ ਸੰਗਤ ਨੂੰ ਦੇ ਦਿੱਤਾ ਹੈ। ਚਿੱਟਾ ਬਸਤਰ
ਪ੍ਰਭ ਦਾ ਰੰਗ ਮਜੀਠੀ ਜਨਮ ਤੋਂ ਪਹਿਲਾਂ ਤੇ ਮਰਨ ਤੋਂ ਬਾਅਦ ਕਦੀ ਉਤਰਦਾ ਨਹੀਂ। ਸਰਬ ਹਰ ਸੰਗਤ ਜੀ, ਪਰਮੇਸ਼ਵਰ ਨੇ ਤੁਹਾਨੂੰ ਚਿੱਟੇ ਬਸਤਰ ਇਸੇ ਕਰਕੇ ਪਹਿਨਾਏ ਕਿ ਮਾਤ ਲੋਕ ਦੇ ਵਿੱਚ ਤੁਹਾਡੀ ਨਿਵੇਕਲੀ ਪਹਿਚਾਣ ਹੋਵੇ। ਬੇਪਹਿਚਾਣ ਪ੍ਰਭੂ ਨੇ ਤੁਹਾਡੀ ਪਹਿਚਾਣ ਦੇ ਦਿੱਤੀ। ਤੁਸੀਂ ਮੇਰੇ ਗੁਰਮੁਖ ਜੋ ਜਿਨ੍ਹਾਂ ਨੂੰ ਮੈਂ ਨਿਵੇਕਲੀ ਪਹਿਚਾਣ ਦੇ ਦਿੱਤੀ ਹੈ। ਹਜੂਰ ਸ਼ਹਿਨशाह ਜੀ ਨੇ ਅਨੇਕਾਂ ਮਰਜ਼ਾਦਾ ਕਠਨ ਕਰ ਦਿੱਤੀਆਂ। ਜੇਕਰ ਸਿੰਘਾਸਨ ਲਾਉਣ ਦੀ ਮਰਜ਼ਾਦਾ ਜਿੱਥੇ ਹਜੂਰ ਸ਼ਹਿਨशाह ਦਾ 7 ਸਿੰਘਾਸਨ ਲੱਗਿਆ ਹੋਵੇ, ਉੱਥੇ ਸਿੰਘਾਸਨ ਦੇ ਸੱਜੇ ਪਾਸੇ 7 ਰੰਗ ਦਾ ਨਿਸ਼ਾਨ ਸਾਹਿਬ ਝੁਲਦਾ ਹੋਵੇ। ਹਜੂਰ ਸ਼ਹਿਨशाह ਜੀ ਨੇ ਫਰਮਾਨ ਕੀਤਾ ਕਿ ਜਦੋਂ ਪ੍ਰਸ਼ਾਦ ਨੂੰ ਭੋਗ ਲੱਗਦਾ ਹੈ, ਪ੍ਰਸ਼ਾਦ ਸਿਰਫ ਜਦੋਂ ਬਣਦਾ ਹੈ ਉਸ ਨੂੰ ਪਰਾਤ ਵਿੱਚ ਹੀ ਪਾਇਆ ਜਾਵੇ। ਪ੍ਰਸ਼ਾਦ ਦੇ ਉੱਪਰ ਚਿੱਟਾ ਕੱਪੜਾ ਦਿੱਤਾ ਜਾਵੇ। ਕਈ ਵਾਰ ਪ੍ਰਸ਼ਾਦ ਦੇ ਵਿੱਚ ਬਰਤਨ ਰੱਖਿਆ ਜਾਂਦਾ ਤੇ ਉੱਪਰ ਚਿੱਟਾ ਕੱਪੜਾ ਪਾਇਆ ਜਾਂਦਾ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਪ੍ਰਸ਼ਾਦ ਬਣਨ ਤੋਂ ਬਾਅਦ ਪਰਾਤ ਵਿੱਚ ਪਾਇਆ ਜਾਵੇ, ਉੱਤੇ ਚਿੱਟਾ ਕੱਪੜਾ ਪਾਇਆ ਜਾਵੇ। ਚਿੱਟਾ ਕੱਪੜਾ ਓਨਾ ਚਿਰ ਨਹੀਂ ਚੁੱਕਣਾ ਜਿੰਨਾ ਚਿਰ ਭੋਗ ਨਹੀਂ ਲਗਾਉਣ ਲੱਗਦੇ। ਉਸ ਤੋਂ ਪਹਿਲਾਂ ਪ੍ਰਸ਼ਾਦ ਦੇ ਉੱਪਰੋਂ ਕੱਪੜਾ ਨਾ ਚੁੱਕਿਆ ਜਾਵੇ। ਹਜੂਰ ਸ਼ਹਿਨशाह ਜੀ ਨੇ ਫਰਮਾਨ ਕੀਤਾ ਕਿ ਪ੍ਰਸ਼ਾਦ ਨੂੰ ਜਦੋਂ ਭੋਗ ਲੱਗਦਾ ਹੈ ਉਸ ਵੇਲੇ ਉਹ ਪ੍ਰਸ਼ਾਦ ਬਣਦਾ ਹੈ। ਭੋਗ ਕਿਸ ਤਰ੍ਹਾਂ ਲੱਗਦਾ ਸੀ? ਹਜੂਰ ਸ਼ਹਿਨशाह ਜੀ ਦੇ ਲਾਂਗਰੀ ਗੁਰਸਿੱਖ ਵੀਰਾਂ ਨੂੰ ਹੁਕਮ ਹੁੰਦਾ ਸੀ, ਪ੍ਰਸ਼ਾਦ ਦੀ ਪਰਾਤ ਨੂੰ ਫੜ ਕੇ ਜਦੋਂ ਸਿੰਘਾਸਨ ਦੇ ਉੱਪਰ ਰੱਖਿਆ ਜਾਂਦਾ, ਹਜੂਰ ਸ਼ਹਿਨशाह ਜੀ ਅਗੰਮਾ ਨੇਤਰ ਲੈ ਉਠਾ ਆਪਣੇ ਅਗੰਮੇ ਨੇਤਰ ਦੇ ਨਾਲ ਦ੍ਰਿਸ਼ਟੀ ਪਾਉਂਦੇ, ਫਿਰ ਆਪਣਾ ਪਵਿੱਤਰ ਹਸਤ ਮੁਬਾਰਕ ਪ੍ਰਸ਼ਾਦ ਦੇ ਉੱਪਰ ਰੱਖ ਕੇ ਛੋਟਾ ਭੋਰਾ ਲੈ ਉਠਾਲ, ਫਿਰ ਛੋਟਾ ਜਿਹਾ ਭੋਰਾ ਉਠਾਲ ਕੇ ਆਪਣੀ ਰਸਨਾ ਨੂੰ ਲਗਾਉਂਦੇ ਤੇ ਫਿਰ ਪਰਾਤ ਦੇ ਵਿੱਚ ਆਪਣਾ ਪਵਿੱਤਰ ਹਸਤ ਮੁਬਾਰਕ ਰੱਖਦੇ। ਫਿਰ ਉਹ ਪ੍ਰਸ਼ਾਦ ਬਣਦਾ ਹੈ। ਪ੍ਰਸ਼ਾਦ ਕਹਿੰਦਾ ਹੈ ਕਿ ਮੈਨੂੰ ਥਾਲੀਆਂ 'ਚ ਪਾ ਕੇ ਵਰਤਾਇਆ ਜਾਵੇ, ਹੋਸ ਕਿਸੇ ਬਰਤਨ ਦੇ ਵਿੱਚ ਨਾ ਵਰਤਾਇਆ ਜਾਵੇ। ਜੋ ਵੀ ਗੁਰਸਿੱਖ ਪ੍ਰਸ਼ਾਦ ਲੈਂਦਾ ਹੈ ਉਹ ਪ੍ਰਸ਼ਾਦ ਰੂਪ ਸਮਝ ਕੇ ਖਾਵੇ। ਫਿਰ ਮੈਂ ਘੁੰਮਣ ਘੇਰੀਆਂ ਕਰਦਾ ਹਾਂ, ਨਾੜੀ ਨਾੜੀ ਫਿਰਦਾ ਹਾਂ, ਮੈਂ ਦੁੱਖ ਰੋਗ ਕਲੇਸ਼ ਕੱਟਦਾ ਹਾਂ ਭਗਤਾਂ ਦੇ, ਫਿਰ ਉਹਨਾਂ ਨੂੰ ਮੈਂ ਕੋਈ ਦੁੱਖ ਵੀ ਨਹੀਂ ਰਹਿਣ ਦਿੰਦਾ ਜੋ ਮੇਰਾ ਪ੍ਰਸ਼ਾਦ ਸਮਝ ਕੇ ਖਾਵੇ। ਸਰਬ ਹਰ ਸੰਗਤ ਜੀ, ਤੇ ਪ੍ਰਸ਼ਾਦ ਹੈ। ਪ੍ਰਸ਼ਾਦ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਹੀ ਗੁਰਸਿੱਖਾਂ ਨੂੰ ਖਾਣਾ ਚਾਹੀਦਾ ਹੈ, ਕਿਉਂਕਿ ਪਰਮਾਤਮਾ ਦਾ ਫਰਮਾਨ ਹੈ ਕਿ ਜਿੰਨਾ ਚਿਰ ਭੋਗ ਨਹੀਂ ਲੱਗਦਾ ਉਹਨਾਂ ਚਿਰ ਉਹ ਲੰਗਰ ਵੀ ਨਹੀਂ ਅਖਵਾ ਸਕਦਾ। ਬੇਸ਼ੱਕ ਲੰਗਰ ਦੀਆਂ 4 ਕਿਸਮਾਂ ਦੱਸੀਆਂ ਗਈਆਂ, ਪਰ ਪਰਮੇਸ਼ਵਰ ਦਾ ਭੋਗ ਲੱਗਣਾ ਅਤੀ ਜ਼ਰੂਰੀ ਹੈ। ਜੇਕਰ ਭੋਗ ਨਹੀਂ ਤੇ ਨਾ ਉਹ ਜਗ ਪ੍ਰਵਾਨ ਹੁੰਦਾ ਤੇ ਨਾ ਉਹ ਲੰਗਰ ਪ੍ਰਵਾਨ ਹੁੰਦਾ। ਇਸੇ ਕਰਕੇ ਹੀ ਰਾਜੇ ਬਲ ਦਾ ਅਸਮੇਧ ਜਗ ਪ੍ਰਵਾਨ ਨਹੀਂ ਸੀ ਕੀਤਾ, ਕਿਉਂਕਿ ਉਸ ਨੂੰ ਭੋਗ ਹੀ ਨਹੀਂ ਸੀ ਲੱਗਾ। ਭੋਗ ਕਿਉਂ ਨਹੀਂ ਸੀ ਲੱਗਾ? ਕਿ ਜੋ ਅਸਮੇਧ ਜਗ ਸੀਗਾ ਉਹਨੂੰ ਧਰਮੀ ਰਾਜਾ ਚੱਕਰਵਰਤੀ ਰਾਜਾ ਕਰਦਾ ਸੀਗਾ। ਉਹ 7 ਰੰਗਾਂ ਦੇ ਵਿੱਚ ਜੋ ਰਸਤ ਬੱਝੀ ਸੀ ਉਸ ਨੂੰ ਖੋਲ੍ਹਣ ਦਾ ਹੁਕਮ ਦਿੱਤਾ ਨਾ, ਤੇ ਉਹ ਲੰਗਰ ਤਿਆਰ ਹੋਇਆ ਨਾ, ਤੇ ਉਹਨੂੰ ਭੋਗ ਲੱਗਾ ਨਾ। ਸਰਬ ਹਰ ਸੰਗਤ ਜੀ, ਤੇ ਭੋਗ ਤੋਂ ਬਿਨਾਂ ਕੋਈ ਗੱਲ ਹੋ ਸਕਦੀ ਨਹੀਂ। ਇਸੇ ਤਰ੍ਹਾਂ ਹੀ ਅਸਮੇਧ ਜਗ ਦੇ ਵਿੱਚ ਤਰਸਿੰਦੀ ਰਿਸ਼ੀ ਜੋ ਯੂਗੋਸਲਾਵੀਆ ਦੀ ਧਰਤੀ ਦੇ ਉੱਪਰ ਸੀ, ਉਹ ਇੱਕ ਕੁੱਲੀ ਦੇ ਵਿੱਚ ਰਹਿੰਦੇ ਸੀ। ਹਰ ਰੋਜ਼ ਪਰਮਾਤਮਾ ਨੂੰ 19 ਵਾਰ ਯਾਦ ਕਰਦੇ ਸੀ। ਤਰਸਿੰਦੀ ਰਿਸ਼ੀ ਰੋਜ਼ 19 ਵਾਰ ਪਰਮਾਤਮਾ ਨੂੰ ਯਾਦ ਕਰਦਾ ਸੀ। ਛੋਟੀ ਜੀ ਕੁੱਲੀ ਦੇ ਵਿੱਚ ਰਹਿੰਦਾ ਸੀ। ਜਦੋਂ ਉਸ ਨੂੰ ਬਲਖ ਦੀ ਧਰਤੀ ਤੇ ਅਸਮੇਧ ਜਗ ਦੇ ਵਿੱਚ ਸੱਦਿਆ ਗਿਆ, ਸਰਬ ਹਰ ਸੰਗਤ ਜੀ, ਉਸ ਵਕਤ ਉਸ ਨੇ 9 ਦਾਣੇ ਮੱਕੀ ਦੇ ਪੁੱਜੇ ਹੋਏ ਯੂਗੋਸਲਾਵੀਆ ਦੀ ਧਰਤੀ ਤੋਂ ਨਾਲ ਲੈ ਗਏ ਅਸਮੇਧ ਜਗ ਵਿੱਚ ਪਾਉਣ ਵਾਸਤੇ। ਯੂਗੋਸਲਾਵੀਆ ਦਾ ਪਹਿਲਾ ਨਾਮ ਯੋਗ ਸੀ। ਸਲਾਵੀਆ ਸਰਬ ਵਿਆਪੀ ਦੇ ਨਾਲ ਮਿਲਾਪ ਹੋਇਆ, ਉਸ ਦਾ ਨਾਲ ਸਲਾਵੀਆ ਪੈ ਗਿਆ। ਸਰਬ ਹਰ ਸੰਗਤ ਜੀ, ਜਦੋਂ 9 ਦਾਣੇ ਮੱਕੀ ਦੇ ਪੁੱਜੇ ਹੋਏ ਅਸਮੇਧ ਜਗ ਵਿੱਚ ਖੜੇ, ਬਾਕੀ ਦੇ ਜੋ ਰਿਸ਼ੀ ਮੁਨੀ ਸੀ ਜਿਹੜੇ ਵੱਖ-ਵੱਖ ਜਗ੍ਹਾ ਤੋਂ ਆਏ ਸੀ, ਜਿਨ੍ਹਾਂ ਦਾ ਵੇਰਵਾ ਹਜੂਰ ਸ਼ਹਿਨशाह ਜੀ ਨੇ ਬਹੁਤ ਦਿੱਤਾ ਹੈ। ਕਿਸੇ ਨੇ ਹਾਸੀ ਕੀਤੀ, ਕਿਸੇ ਨੇ ਮਖੌਲ ਕੀਤਾ ਕਿ ਤੇਰੇ 9 ਦਾਣਿਆਂ ਦੇ ਨਾਲ ਜਗ ਸੰਪੂਰਨ ਨਹੀਂ ਹੋਵੇਗਾ, ਇਹ ਤੇਰੇ 9 ਦਾਣੇ ਕਿਸੇ ਕੰਮ ਆਉਣੇ ਨਹੀਂ। ਉਸ ਵੇਲੇ ਪਰਮਾਤਮਾ ਨੇ ਇਸ਼ਾਰਾ ਕੀਤਾ, ਐ ਤਰਸਿੰਦੀ ਰਿਸ਼ੀ, ਜਦੋਂ ਮੈਂ ਆਵਾਂਗਾ ਮੈਂ ਯੂਗੋਸਲਾਵੀਆ ਦੀ ਧਰਤੀ ਤੇ ਆਪਣੇ ਪਾਵਨ ਚਰਨਾਂ ਦੀ ਛੋਹ ਦੇਵਾਂਗਾ। ਉਸ ਵਕਤ
तेरे 9 ਦਾਣਿਆਂ ਦਾ ਮੁੱਲ ਆ ਕੇ ਮੈਂ ਪਾਵਾਂਗਾ। ਸਰਬ ਹਰ ਸੰਗਤ ਜੀ, ਇਹ ਉਹ ਗੱਲਾਂ ਨੇ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਇੱਕ ਅਜਿਹੇ ਰੂਪ ਵਿੱਚ ਦੱਸਿਆ। ਯੂਗੋਸਲਾਵੀਆ ਦੀ ਧਰਤੀ ਤੋਂ ਕੁਛ ਸਮਾਂ ਦੁਪਹਿਰ ਦੇ ਵੇਲੇ ਰੁਕ ਕੇ ਉੱਥੋਂ 9 ਦਾਣੇ ਮੱਕੀ ਦੇ ਲਏ ਤੇ ਜੇਠੂਵਾਲ ਹਰ ਭਗਤ ਦਵਾਰ ਵਿੱਚ 26 ਪੋਹ ਸ਼ਹਿਨਸ਼ਾਹੀ ਸੰਮਤ 8 ਨੂੰ ਪਾਏ ਗਏ। ਫਿਰ ਉਸ ਵੇਲੇ ਉਹ ਰਾਜੇ ਬਲ ਤੇ ਬਾਹਮਣ ਦੀ ਧਾਰ ਦਾ ਜੱਗ ਸੰਪੂਰਨ ਕੀਤਾ। ਪਰਮੇਸ਼ਵਰ ਨੇ ਉਸ ਜੱਗ ਨੂੰ ਆਪ ਆ ਕੇ ਹੁਣ ਪ੍ਰਵਾਨ ਕੀਤਾ 26 ਪੋਹ ਸ਼ਹਿਨਸ਼ਾਹੀ ਸੰਮਤ 8 ਨੂੰ। ਇਸ ਕਰਕੇ ਸਰਬ ਹਰ ਸੰਗਤ ਜੀ, ਉਹ ਪਰਮਾਤਮਾ ਦੀ ਇਹ ਗਾਥਾ ਹੈ। ਪਰਮਾਤਮਾ ਜੋ ਆਦਿ ਜਗਾਦ ਸਤ ਹੈ ਤੇ ਪਰਮਾਤਮਾ ਨੇ ਆਪਣੀ ਅਗੰਮੀ ਖੇਲ ਕੀਤੀ ਜਿਸ ਦਾ ਕੋਈ ਸਾਨੀ ਹੋਰ ਹੋ ਸਕਦਾ ਵੀ ਨਹੀਂ ਸੀ। ਹਜੂਰ ਸ਼ਹਿਨਸ਼ਾਹ ਜੀ ਨੇ ਉਸ ਤਰਸਿੰਦੀ ਰਿਸ਼ੀ ਦੇ ਦਾਣਿਆਂ ਨੂੰ ਕਿਸ ਤਰ੍ਹਾਂ ਮਾਣ ਦਿੱਤਾ। 18 ਪਾਦਰੋਂ ਕੇ ਮੇਰੀ ਖੁੱਲੀ ਅੱਖ, ਖਾਲਕ ਖਲਕ ਦਿੱਤੀ ਵਡਿਆਈਆ। ਮੈਂ ਜਸ ਗਾ ਨਾ ਸਕਿਆ ਬੁਲੀ, ਮੈਂ ਜਸ ਗਾ ਨਾ ਸਕਿਆ ਬੁਲੀ, ਸਿਫਤਾਂ ਸਿਫਤ ਨਾ ਕੋਏ ਵਡਿਆਈਆ। ਮੈਨੂੰ ਯਾਦ ਈ ਆਇਆ, ਮੈਨੂੰ ਯਾਦ ਈ ਆਇਆ, ਬਲਗਾਰੀਆ ਛੱਡਿਆ ਯੂਗੋਸਲਾਵੀਆ ਵੇਖਿਆ। ਯੂਗੋਸਲਾਵੀਆ ਬਲਗਾਰੀਆ ਨੂੰ ਛੱਡ ਕੇ ਯੂਗੋਸਲਾਵੀਆ ਦੀ ਧਰਤੀ ਤੇ ਜਦੋਂ ਪਰਮੇਸ਼ਰ ਗਏ, ਜਿੱਥੇ ਸ਼ਾਹ ਜੀਨ ਤਰਸਿੰਦੀ ਰਿਸ਼ੀ ਦੀ ਸੀ ਕੁੱਲੀ, ਇੱਥੇ ਰਿਸ਼ੀ ਦੀ ਕੁੱਲੀ ਸੀ। ਬੁੱਲ ਗ੍ਰੇਡ ਜਗਤ ਵਜੇ ਵਧਾਈਆ, ਉਸ ਦੀ ਯਾਦ ਅਗੰਮੀ ਸਦਾ ਸੁਲ ਕੁੱਲੀ। ਉਹ ਆਪਣੇ ਪਰਮਾਤਮਾ ਨੂੰ ਸਦਾ ਹੀ ਯਾਦ ਕਰਦਾ ਸੀ। ਕੁੱਲ ਮਾਲਕ ਵੇਖ ਵਿਖਾਈਆ, ਬਲ ਦੁਆਰੇ ਇੱਥੋਂ ਲੈ ਕੇ ਗਿਆ ਸੀ 9 ਦਾਣੇ ਜਗਤ ਮੱਕੀ ਪੁੰਨੀ, ਚੱਕੀ ਸੰਗ ਨਾ ਕੋਈ ਰਖਾਈਆ। ਉਸ ਵੇਲੇ ਕੋਈ ਚੱਕੀ ਉਸਨੇ ਆਪਣੇ ਸੰਗ ਨਹੀਂ ਸੀ ਰਖਾਈ। ਪ੍ਰਭ ਨੂੰ ਯਾਦ ਕਰਦਾ ਸੀ ਵਾਰ ਰੋਜ਼ ਉਨੀ, ਪ੍ਰਭ ਨੂੰ ਯਾਦ ਕਰਦਾ ਸੀ ਵਾਰ ਰੋਜ਼ ਉਨੀ, ਇੱਕ 9 ਸੰਗ ਰਖਾਈਆ। ਤੇਰੇ ਸ਼ਬਦ ਤਾਰ, ਤੇਰੇ ਸ਼ਬਦ ਤਾਰ ਸਦਾ ਤੁਨੀ, ਤੁਨ ਆਤਮਕ ਰਾਗ ਦੇਣਾ ਦਰੜਾਈਆ। ਜੋਤੀ ਜੋਤ ਸਰੂਪੀ ਹਰ, ਆਪ ਆਪਣੀ ਕਿਰਪਾ ਕਰ। ਉਸ ਵਕਤ ਸਰਬ ਹਰ ਸੰਗਤ ਜੀ, ਯੂਗੋਸਲਾਵੀਆ ਦਾ ਜਿਹੜਾ ਨਾਮ ਸੀ ਉਹ ਵੀ ਉਸ ਵੇਲੇ ਪੂਰਾ ਹੋਇਆ। ਯੂਗੋਸਲਾਵੀਆ ਕਹੇ ਮੇਰਾ ਪਹਿਲਾ ਨਾਮ ਸੀ ਯੋਗ, ਰਿਖੀ ਰਕੇਸ਼ ਮਿਲੀ ਵਡਿਆਈਆ। ਸਲਾਵੀਆ ਸਰਬ ਵਿਆਪੀ ਨਾਲ ਹੋਇਆ ਮੇਲ, ਹੋਇਆ ਮੇਲ ਸੰਜੋਗ। ਇੱਕ ਉਸਨੇ ਆਪਣਾ ਅੰਕ ਦਿੱਤਾ ਬਣਾਇਆ, ਜਿਹੜਾ ਯਾਦ ਕਰਦਾ ਸੀ ਰੋਜ਼, ਇੱਕ 9 ਵੰਡ ਵੰਡਾਈਆ। ਧਰਤੀ ਉੱਤੇ ਕਰਦਾ ਸੀ ਚੋਜ, ਮੇਰੇ ਅੰਤਰ ਫੀਰੇ ਚਾਹੀ ਚਾਹੀਆਂ। ਇੱਕ ਦਿਨ ਬੈਠਾ ਵਿੱਚ ਸੰਜੋਗ, ਮੁਸਕਰਾਟ ਨਾ ਕੋਏ ਸੁਹਾਈਆ। ਮੈਨੂ ਕੇ ਕਿਆ ਕੀ ਤੱਕੇ ਮਾਤੇ ਲੋਕ, ਚਾਰੋਂ ਕੁੰਟ ਵੇਖ ਵਖਾਈਆ। ਪਾਦਰੋਂ ਕਹਿ ਰਿਹਾ 18 ਕਿ ਰਿਸ਼ੀ ਤੂੰ ਕੀ ਦੇਖ ਰਿਹਾ ਮਾਤ ਲੋਕ ਵਿੱਚ। ਰਿਸ਼ੀ ਦੱਸਿਆ ਇੱਕ ਸਲੋਕ, ਸਹਿਜ ਨਾਲ ਸੁਣਾਈਆ। ਰਿਸ਼ੀ ਦੱਸਿਆ ਇੱਕ ਸਲੋਕ, ਸਹਿਜ ਨਾਲ ਸੁਣਾਈਆ। ਮੈਂ ਤੱਕਾਂ ਉਸ ਮਾਲਕ ਦੀ ਮੌਜ਼, ਮੈਂ ਤੱਕਾਂ ਉਸ ਮਾਲਕ ਦੀ ਮੌਜ਼, ਜੋ ਮੌਜੂਦਾ ਹਰ ਘਟ ਥਾਈਆਂ। ਤਰਨੀ ਕੇ ਮੈਨੂੰ ਦੱਸਦੇ ਰਹੇ ਜੋਗੀ ਰਿਸ਼ੀ,
ਰਿਸ਼ਤਾ ਪ੍ਰਭ ਦੇ ਨਾਲ ਰਖਾਇਆ। ਸੱਚ ਪਿਆਰ ਦੇ ਵਿੱਚ ਵੀ ਕੀ ਕੀਮਤ ਆਪਣੀ ਨਾ ਕੋਏ ਰਖਾਇਆ। ਤਰਨੀ ਕਹਿੰਦੀ ਕਿ ਮੈਨੂੰ ਜੋਗੀ ਰਿਸ਼ੀ ਦੱਸਦੇ ਰਹੇ ਕਿ ਪਰਮਾਤਮਾ ਦੇ ਨਾਲ ਰਿਸ਼ਤਾ ਰੱਖਣਾ ਵਾ। ਮੈਂ ਸੱਚ ਪਿਆਰ ਦੇ ਵਿੱਚ ਵਿਕ ਗਈ, ਮੈਂ ਆਪਣੀ ਕੀਮਤ ਨਹੀਂ ਰੱਖੀ। ਕਿਉਂ ਨਹੀਂ ਰੱਖੀ? ਧਰਤੀ ਕਹੇ ਮੈਂ ਬੇਸ਼ੱਕ ਮਿੱਟੀ ਖਾਕ ਹਾਂ, ਮੈਂ ਆਪਣੀ ਰਸਨਾ ਜ਼ੁਬਾਨ ਤੋਂ ਬੋਲ ਨਹੀਂ ਸੀ ਸਕਦੀ, ਪਰ ਪ੍ਰਭੂ ਤੇਰੀ ਆਮਦ ਤੇ ਮੈਂ ਵੀ ਬੋਲ ਉੱਠੀ ਹਾਂ। ਮੈਂ ਇੱਕ ਤੇਰੀ ਓਟ ਰੱਖਦੀ ਹਾਂ ਪਰਮੇਸ਼ਰ, ਮੈਂ ਹੋਰ ਕੋਈ ਓਟ ਰੱਖਦੀ ਹੀ ਨਹੀਂ। ਇਹ ਅਲਫਾਜ਼ ਹਜੂਰ ਸ਼ਹਿਨशाही ਦੇ ਆਪਣੇ ਪਵਿੱਤਰ ਰਸਨਾ ਚੋਂ ਨੇ। ਸੱਚ ਪਿਆਰ ਦੇ ਵਿੱਚ ਵੀ ਕੀ ਕੀਮਤ ਆਪਣੀ ਨਾ ਕੋਏ ਰਖਾਇਆ। ਆਪਣੀ ਆਸ਼ਾ ਰੱਖੀ ਨਿੱਕੀ, ਵੱਡੀ ਵਾਡੀ ਨਾ ਕੋਏ ਵਡਿਆਈਆ। ਤੁਰਦਾ ਸਾਹਿਬ ਜਿਸ ਦੀ ਤਾਰ ਸਦਾ ਤਿੱਖੀ, ਦੋ ਜਹਾਨਾ ਖੋਜ ਖੁਜਾਈਆ। ਉਹ ਜ਼ਰੂਰ ਤੇਰੇ ਪੂਰਬਲੇ ਜਨਮ ਕਰਮ ਦੀ ਵੇਖੇ ਚਿੱਠੀ। 18 ਪਾਦੋਂ ਕਹਿੰਦਾ ਕਿ ਤਰਨੀ ਉਹ ਪਰਮਾਤਮਾ ਤੇਰੇ ਪੂਰਬਲੇ ਜਨਮ ਕਰਮ ਦੀ ਚਿੱਠੀ ਵੇਖੇਗਾ, ਉਹ ਵਰਕਿਆਂ ਦੇ ਵਿੱਚੋਂ ਉਠਾ ਕੇ ਦੇਖੇਗਾ। ਤਰਨੀ ਕੇ ਉਸ ਵਕਤ ਮੈਂ ਚਰਨਾਂ ਉੱਤੇ ਜਾਵਾਂ ਲਿਟੀ, ਮੈਂ ਚਰਨਾਂ ਉੱਤੇ ਲਿਟਾਂਗੀ ਜਦੋਂ ਮੇਰਾ ਪਰਮੇਸ਼ਰ ਮੇਰੇ ਗ੍ਰਹਿ ਆਵੇਗਾ। ਮੈਂ ਚਰਨਾਂ ਉੱਤੇ ਜਾਵਾਂ ਲਿਟੀ, ਧੂੜੀ ਖਾਕ ਖਾਕ ਰਮਾਈਆ। ਜੋਤੀ ਜੋਤ ਸਰੂਪੀ ਹਰ, ਆਪ ਆਪਣੀ ਕਿਰਪਾ ਕਰੀ, करे खेल साचा हार। नेक लंक नारायण नार, महाराज शेर सिंह विष्णु भगवान, मेहर नजरी उठाइया। ਸਰਬਹਰ ਸੰਗਤ ਜੀ, ਇਹ ਨੇ ਉਸ ਧਰਤੀ ਦੇ ਲੇਖ ਜਿੱਥੇ ਪਰਮੇਸ਼ਵਰ ਨੇ ਪਾਵਨ ਚਰਨਾਂ ਦੀ ਸ਼ੋਅ ਦਿੱਤੀ। ਤਕਰੀਬਨ 5 ਜੁਲਾਈ 1972 ਤੋਂ ਵਿਦੇਸ਼ੀ ਯਾਤਰਾ ਸ਼ੁਰੂ ਕਰਕੇ ਹਜੂਰ ਸ਼ਹਿਨशाह ਜੀ ਨੇ ਉਹ 13-14 ਅਕਤੂਬਰ ਨੂੰ ਸਮਾਪਤੀ ਕੀਤੀ। ਹਜੂਰ ਸ਼ਹਿਨशाह ਦੇ ਪਵਿੱਤਰ ਚਰਨਾਂ ਦੇ ਵਿੱਚ ਇੱਕੋ ਹੀ ਬੇਨਤੀ ਹੈ ਕਿ ਪਰਮੇਸ਼ਵਰ ਸਿੱਖ ਦਾ ਜੀਵਨ ਤੇਰੇ ਵਿਸ਼ਵਾਸ ਤੇ ਤੇਰੇ ਪਰਵਾਸੇ ਤੇ ਟਿਕਿਆ ਹੁੰਦਾ ਹੈ। ਜੇਕਰ ਸਾਡਾ ਆਪਣੇ ਪਰਮਾਤਮਾ ਤੇ ਵਿਸ਼ਵਾਸ ਹੈ ਸਰਬਹਰ ਸੰਗਤ ਜੀ, ਫਿਰ ਕਦੀ ਪਾਸਾ ਨਾ ਆਵੇ ਹਾਰ ਦਾ ਜਿੱਤੇ ਆਪਣੇ ਹੱਥ ਰਖਾਈਆ। ਗੁਰਸਿੱਖ ਦੀ ਅੰਤਰ ਆਤਮਾ ਵਿੱਚ ਪ੍ਰਭੂ ਦਾ ਵਿਸ਼ਵਾਸ ਹੈ। ਜੇਕਰ ਅਸੀਂ ਡੋਲ ਜਾਵਾਂਗੇ ਪਰਮੇਸ਼ਰ ਪਤਾ ਨਹੀਂ ਤੂੰ ਹੈ ਕਿ ਨਹੀਂ, ਸਰਬਹਰ ਸੰਗਤ ਜੀ ਉੱਥੇ ਕੋਈ ਗੱਲ ਰਹਿ ਜਾਂਦੀ ਨਹੀਂ। ਅੱਜ ਲੋੜ ਹੈ ਪਰਮੇਸ਼ਵਰ ਤੇ ਵਿਸ਼ਵਾਸ ਰੱਖਣ ਦੀ। ਗੁਰਸਿੱਖ ਜੀਵੇ ਗੁਰ ਪ੍ਰਵਾਸੇ। ਅੱਜ ਲੋੜ ਹੈ ਆਪਣੇ ਪਰਮਾਤਮਾ ਦੇ ਅਸੂਲਾਂ ਤੇ ਚੱਲਣ ਦੀ। ਸਰਬਹਰ ਸੰਗਤ ਜੀ, ਇਹ ਮਾਨਸ ਜਨਮ ਜੋ ਪਰਮੇਸ਼ਵਰ ਦਿੱਤਾ, ਇਹ ਫਿਰ ਤੁਹਾਨੂੰ ਮਿਲਣਾ ਜਾ ਕੇ 994 ਚੌਕੜੀ ਯੁੱਗ ਤੋਂ ਬਾਅਦ। ਫਿਰ ਕਿਸੇ ਨੇ ਨਹੀਂ ਕਹਿਣਾ ਕਿ ਬਿਨਾਂ ਕਿਰਪਾ ਤੋਂ ਨਾ ਇਹ ਜਨਮ ਮਿਲਦਾ ਤੇ ਨਾ ਇਹ ਚਰਨਾਂ 'ਚ ਨਮਸਕਾਰ ਮਿਲਦੀ ਹੈ। ਇਹ ਪਰਮੇਸ਼ਵਰ ਨੇ ਕਿਰਪਾ ਕਰਕੇ ਆਪਣੇ ਚਰਨਾਂ 'ਤੇ ਨਮਸਕਾਰ ਕਰਾਏ, ਕਿਉਂਕਿ ਜਦੋਂ ਜਦੋਂ ਸਿੱਖ ਨਮਸਕਾਰ ਕਰਦਾ ਹੈ ਉਦੋਂ ਤੁਹਾਡੇ ਆਉਂਦਿਆਂ ਦੇ ਮੁੱਖ ਤੱਕੇ, ਜਾਂਦਿਆਂ ਦੀ ਹੱਥ ਰੱਖੇ ਉੱਤੇ ਪੀਠ, ਪੁਸ਼ਤਪਨਾ ਆਪਣੀ ਇੱਕ ਜਨਾਈ ਹੈ। ਤੁਹਾਡੇ ਆਉਂਦਿਆਂ ਦੇ ਮੈਂ ਮੁੱਖ ਤੱਕਦਾ ਹਾਂ, ਜਾਂਦਿਆਂ ਦੀ ਤੁਹਾਡੀ ਪਿੱਠ ਦੇ ਉੱਪਰ ਆਪਣੇ ਹੱਥ ਰੱਖਦਾ ਹਾਂ। ਸਰਬਹਰ ਸੰਗਤ ਜੀ, ਇਸੇ ਕਰਕੇ ਫਰਮਾਨ ਤਾਂ ਕਿ ਵੇਖਿਓ ਗੁਰਸਿੱਖੋ, ਇਸ ਜੀਵਨ ਨੂੰ ਕਿਤੇ ਐਵੇਂ ਨਾ ਗਵਾ ਲਿਓ। 184 ਤੁਹਾਨੂੰ ਮਾਨਸ ਜਨਮ ਇੱਕ ਹੀ ਤਰੀਕ ਦੇ ਦਿੱਤੀ ਹੈ। ਇਸ ਜਨਮ ਦੇ ਵਿੱਚ ਹੀ ਮੈਂ ਤੁਹਾਨੂੰ ਮਿਲਿਆ, ਇਸ ਜਨਮ ਦੇ ਵਿੱਚ ਹੀ ਮੈਂ ਤੁਹਾਡਾ ਪਰ ਉਤਾਰਾ ਕਰ ਦਿੱਤਾ ਵਾ। ਸਰਬਹਰ ਸੰਗਤ ਜੀ, ਆਓ ਉਸ ਪਰਮੇਸ਼ਵਰ ਦਾ ਸ਼ਬਦੀ ਜਕਾਰਾ ਬੋਲੀਏ ਜੋ ਆਦ ਜਗਾਦ ਸਤਾ ਸਤ ਤੇ ਸੱਚ ਹੈ। ਉਸ ਪਰਮਾਤਮਾ ਨੂੰ ਆਪਣੀ ਅੰਤਰਾਤਮਾ, ਆਪਣੇ ਹਿਰਦੇ ਵਿੱਚ ਇੱਕ ਐਸੇ ਵਿਸ਼ਵਾਸ ਦੇ ਵਿੱਚ ਆਪਣੇ ਪ੍ਰਭੂ ਨੂੰ, ਆਪਣੇ ਸਤਿਗੁਰ ਦੀ ਉਸ ਯਾਦ ਨੂੰ ਇੱਕ ਅਜਿਹੇ ਰੂਪ ਦੇ ਵਿੱਚ ਸਮਾ ਲਓ ਜਿੱਥੇ ਕਦੀ ਘੜੀ ਵਿਛੋੜਾ ਹੋਵੇ ਨਾ। ਜੀਵ ਦੀ ਅੰਤਰਾਤਮਾ ਵਿੱਚ ਅੱਠੇ ਪੈਰ ਦਿਵਸ ਰਹਿਣ ਆਪਣੇ ਪਰਮੇਸ਼ਵਰ ਦਾ ਨਾਮ ਰਹੇ। ਸਰਬਹਰ ਸੰਗਤ ਜੀ, ਬੇਸ਼ੱਕ ਤੁਸੀਂ ਬਾਹਰੀ ਤੌਰ 'ਤੇ ਆਪਣੇ ਕੰਮ ਕਾਜ ਕਰੋ,
ਸੰਸਾਰ ਦੇ ਵਿੱਚ ਚੱਲਦੇ ਫਿਰਦੇ ਰਹੋ, ਪਰ ਆਪਣੇ ਪਰਮਾਤਮਾ ਨੂੰ ਯਾਦ ਇੱਕ ਐਸੇ ਰੂਪ ਵਿੱਚ ਰੱਖੋ ਜਿੱਥੇ ਅੱਠੇ ਪੈਰ ਦਿਵਸ ਰਹਿਣ, ਇੱਕ ਰੂਪ ਦੇ ਵਿੱਚੋਂ ਗੱਲ ਰਵੇ, ਤੂੰ ਮੇਰਾ ਤੇ ਮੈਂ ਤੇਰਾ। ਸਵਾਸ ਸਵਾਸ ਪ੍ਰਭੂ ਸਾਡੇ 'ਚ ਇੱਕ ਐਸੇ ਰੂਪ ਦੇ ਵਿੱਚ ਰਮਿਆ ਰਵੇ ਕਿ ਸਾਡੀ ਰਸਨਾ ਵਿੱਚੋਂ, ਸਾਡੀ ਜ਼ੁਬਾਨ ਦੇ ਵਿੱਚੋਂ ਜਦੋਂ ਆਵਾਜ਼ ਨਿਕਲੇ, ਪਰਮਾਤਮਾ ਦੇ ਨਾਮ ਦੀ ਆਵਾਜ਼ ਨਿਕਲੇ, ਤੂੰ ਮੇਰਾ ਤੇ ਮੈਂ ਤੇਰਾ। ਸਰਬ ਹਰ ਸਭ ਗੁਰਸਿੱਖ ਨੂੰ ਕਿਸੇ ਨਾਮ ਜਪਣ ਦੀ ਜ਼ਰੂਰਤ ਨਹੀਂ, ਉਸ ਦੇ ਅੰਦਰ ਹੀ ਪਰਮਾਤਮਾ ਦੀ ਉਹ ਨਾਮ ਦੀ ਦੌਲਤ ਹੈ ਜਿਸ ਨੂੰ ਅੱਠੇ ਪੈਰ ਦਿਵਸ ਰਹਿਣ ਇੱਕ ਰੂਪ ਵਿੱਚ ਰੱਖਦਾ ਹੈ। ਇਸ ਦੇ ਨਾਲ ਹੀ ਮੈਂ ਸਰਬ ਹਰ ਸੰਗਤ ਪਾਸੋਂ ਤੇ ਪਰਮੇਸ਼ਰ ਪਾਸੋਂ ਕਿਰਪਾ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਭਗਵਾਨ ਦੀ ਜੈ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ